किसानी डोबती अच्छे दिनां ने। जी दोस्तों एक बार फिर स्वागत। समा इस वेले 3:36 हो गए ने। सो साडे नाल इस वेले जिथे गुरशरण बॉबी सिद्धू होरी ने। सो हुण कोशिश करांगे अगले अद्धा पौना घंटा लगातार असीं बिना किसी कमर्शियल ब्रेक दे तुहाडे नाल जिहड़ी अगली गलबात साझी करनी है। हो सकदा जे जज्बाती हो गया तो इदों वध भी हो जाए। क्यों प्रभजोत? ਪਹਿਲਾਂ ਤਾਂ ਬਹੁਤ ਸਵਾਗਤ ਇੱਕ ਵਾਰੀ ਫਿਰ। ਥੈਂਕ ਯੂ ਸੋ ਮਚ। ਔਰ ਮੈਨੂੰ ਲੱਗਦਾ ਹੈ ਕਿ ਇੱਦਾਂ ਦੇ ਟੌਪਿਕ ਤੇ ਅਸੀਂ ਹਮੇਸ਼ਾ ਹੀ ਐਕਸਟੈਂਡ ਹੀ ਕੀਤਾ ਹੈ ਆਪਣਾ ਟਾਈਮ। ਹਾਂਜੀ, ਤੇ ਮੈਨੂੰ ਇਸ ਵਾਰ ਵੀ ਲੱਗਦਾ ਹੈ ਕਿ ਟਾਈਮ ਐਕਸਟੈਂਡ ਹੀ ਹੋਣਾ। ਕਿਉਂਕਿ ਮੇਰੇ ਨਾਲ ਇਸ ਵੇਲੇ ਜਸਪਾਲ ਬਲ ਸਾਹਿਬ ਵੀ ਆ ਗਏ ਨੇ ਫੋਨ ਦੇ ਉੱਪਰ। ਸੋ ਉਹਨਾਂ ਨੇ ਥੋੜ੍ਹਾ ਜਿਹਾ ਬਿਜ਼ੀ ਹੋ ਜਾਣਾ ਹੈ ਤੇ ਆਪਾਂ ਉਹਨਾਂ ਨੂੰ 4 ਵਜੇ ਤੋਂ ਪਹਿਲਾਂ ਛੁੱਟੀ ਦੇ ਦੇਣੀ ਹੈ ਤੇ ਬੌਬੀ ਸਿੱਧੂ ਸਾਹਿਬ ਨਾਲ ਵੀ ਗੱਲਬਾਤ ਕਰਨੀ ਤੇ ਫਿਰ ਉਸ ਤੋਂ ਬਾਅਦ ਸਾਡੇ ਕਾਲਰਸ ਵੀ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜਾ ਟੌਪਿਕ ਹੈ ਮੁੱਦਾ ਜਿੱਥੇ ਪਹਿਲਾਂ ਤਾਂ ਆਪਣੇ ਬੌਬੀ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ। ਹਰਜਿੰਦਰ ਜੀ, ਪ੍ਰਭਜੀਤ ਤੇ ਜਸਪਾਲ ਭਾਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲ ਸਾਹਿਬ, ਤੁਹਾਨੂੰ ਵੀ ਜੀ ਆਇਆਂ ਨੂੰ ਸਰ ਹਰਜਿੰਦਰ ਗਿੱਲ ਸ਼ੋਅ 'ਚ। ਧੰਨਵਾਦ ਹਰਜਿੰਦਰ, ਤੁਹਾਨੂੰ ਤੇ ਪ੍ਰਭਜੋਤ ਤੇ ਗੁਰਸ਼ਰਨ ਹੋਣਾ ਨੂੰ ਵੀ ਤੇ ਆਪਣੇ ਸਮੁੱਚੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਇੱਕ ਗੱਲ ਦੀ ਤੁਹਾਨੂੰ ਚਲੋ ਮੇਰਾ ਕੁਛ ਸਕੈਜੂਲ ਇਹੋ ਜਿਹਾ ਹੁੰਦਾ ਹੈ, ਮੌਕਾ ਨਹੀਂ ਮਿਲਿਆ ਪਹਿਲਾਂ ਕਾਲ ਕਰਨ ਦਾ। ਮੈਂ ਹਮੇਸ਼ਾ ਤੁਹਾਡੇ ਤੇ ਪ੍ਰਭਜੋਤ ਦੀ ਜਿਹੜੀ ਪੇਸ਼ਕਾਰੀ ਹੈ ਨਾ ਜੀ, ਬੜੇ ਸੰਜੀਦਾ ਅੰਦਾਜ਼ ਦੇ ਨਾਲ ਗੰਭੀਰ ਮੁੱਦਿਆਂ ਦੇ ਉੱਤੇ ਹਲਕੇ ਫੁਲਕੇ ਜਿਹੜਾ ਕਿ ਆਮ ਰਵਾਇਤੀ ਬਣ ਚੁੱਕਾ ਉਹ ਤੋਂ ਹਟ ਕੇ ਜਿਹੜਾ ਮੁੱਦੇ ਨੂੰ ਲਿਆ ਕੇ ਟੱਚ ਕਰਨਾ, ਮੈਂ ਇਹਦਾ ਕਾਇਲ ਹਾਂ ਜੀ। ਤੇ ਤੁਹਾਨੂੰ ਦੋਨਾਂ ਨੂੰ ਇਸ ਗੱਲ ਦੀ ਵਧਾਈ, ਬਹੁਤ ਮਿਹਰਬਾਨੀ। ਅੱਛਾ ਚਲੋ, ਮੇਰਾ ਤਾਂ ਤੁਸੀਂ ਕਹਿ ਦਿੱਤਾ, ਪ੍ਰਭਜੋਤ ਨੇ ਟੈਕਸਟ ਮੈਸੇਜ ਕਰਕੇ ਫਰਮਾਇਸ਼ ਕੀਤੀ ਸੀ ਮੇਰਾ ਵੀ ਨਾਂ ਲੈ ਦਿਓ ਜਾਂ ਕਾਲ ਕੀਤੀ ਸੀ। ਨਹੀਂ ਦੇਖੋ, ਅੱਜ ਆਈ ਦੇ 3 ਮਹੀਨਿਆਂ ਬਾਅਦ ਹੈ ਜੀ ਤੇ ਤੁਸੀਂ ਆਉਂਦੀ ਦੀ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਹੀਂ ਹਰਜਿੰਦਰ ਜੀ, ਗੱਲ ਸਿਫਤਾਂ ਦੀ ਨਹੀਂ, ਗੱਲ ਦੇਖੋ ਨਾ, ਜਿਹੜੇ ਕਹਿੰਦੇ ਨੇ ਜਿਹੜਾ ਜੌਹਰੀ ਹੈ ਨਾ ਜੀ, ਉਹ ਪਾਕ ਵੱਖ ਰੱਖਦਾ ਤੇ ਪ੍ਰਭਜੋਤ ਦੇ ਕੁਛ ਜਿਹੜੇ ਇਸ਼ੂਜ਼ ਨੂੰ ਜਿਹਨਾਂ ਨੂੰ ਇਹ ਟੱਚ ਕਰਦੀ ਆ ਤਾਂ ਡੈਫੀਨੇਟਲੀ, ਕਿਉਂਕਿ ਬਹੁਤ ਘੱਟ ਇਸ ਲੈਵਲ ਤੱਕ ਜਾ ਕੇ ਤੇ ਲੋਕਾਂ ਦੀ ਲੈਂਗੁਏਜ ਦੇ ਵਿੱਚ ਆ ਕੇ ਗੱਲ ਕਰਨੀ, ਜਿਹੜੀ ਲੋਕਾਂ ਦੀ ਪਕੜ ਦੇ ਵਿੱਚ ਆ ਕੇ। ਹੁਣ ਜੇ ਪ੍ਰਭਜੋਤ ਕਿਤੇ এনवायरमेंटल ਮੂਵਮੈਂਟ ਤੇ ਜਾ ਕੇ ਹਾਈ ਲੈਵਲ ਤੇ ਪ੍ਰੈਜੈਂਟੇਸ਼ਨ ਕਰੇ, ਗੱਲਾਂ ਬਾਤਾਂ ਕਰੇ, ਪਰ ਕਮਿਊਨਿਟੀ ਦੇ ਵਿੱਚ ਉਹ ਰਿਲੇਟ ਨਾ ਕਰ ਸਕੇ ਤੇ ਫਿਰ ਸਾਨੂੰ ਇਹੋ ਜਿਹੀ ਪ੍ਰਭਜੋਤ ਦਾ ਕੀ ਫਾਇਦਾ। ਸਾਨੂੰ ਤਾਂ ਇਹ ਵੀ ਉੱਥੋਂ ਸਿੱਖ ਕੇ ਤੇ ਭਾਈਚਾਰੇ ਨੂੰ ਅਪਲਿਫਟ ਕਰੇ, ਉਹ ਜਿਹੜੀ ਇੱਕ ਕੋਸ਼ਿਸ਼ ਕਰਦੀ ਹੈ ਤੇ ਮੈਂ ਇਸ ਗੱਲ ਦੀ ਇਹਨੂੰ ਵਧਾਈ ਦਿੰਦਾ ਤੇ ਧੰਨਵਾਦ ਵੀ ਕਰਦਾ। ਸਰ ਡੈਫੀਨੇਟਲੀ ਅਸੀਂ ਸਰ ਇਹੀ ਗੱਲ ਕਰਦੇ ਹੁੰਦੇ ਕਿ ਸਾਡੇ ਕੋਲ এনवायरमेंट ਦੇ ਉੱਪਰ ਗੱਲ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਵਿਦ ਰਿਸਰਚ, ਵਿਦ ਫੈਕਟਸ, ਵਿਦ ਫਿਗਰਸ ਐਂਡ ਵਿਦ ਪ੍ਰੋਪਰ ਸਟੱਡੀ ਬਹੁਤ ਘੱਟ ਮਾਹਰ ਨੇ ਇਸ ਤਰ੍ਹਾਂ ਦੇ। ਸੋ ਆਪਾਂ ਇਸ ਗੱਲ ਦਾ ਹਮੇਸ਼ਾ ਸਾਨੂੰ ਮਾਣ ਹੈ ਜੀ। ਤੇ ਚਲੋ ਹੁਣ ਆਪਾਂ ਇਹਦੀਆਂ ਸਿਫਤਾਂ ਕਰੀਏ ਬੰਦ ਤੇ ਥੋੜ੍ਹੀਆਂ ਜਿਹੀਆਂ। ਬਾਬੂ ਜੀ ਤੁਸੀਂ ਤਾਂ ਨਹੀਂ ਸਿਫਤ ਕਰਨੀ ਕਿਤੇ ਦੀ? ਹਾਂਜੀ ਬਾਬੂ ਜੀ। ਮੈਂ ਤਾਂ ਦੇਖੋ ਇੰਨਾ ਹੀ ਕਹਿਣਾ ਚਾਹੁੰਦਾ ਕਿ ਜਸਪਾਲ ਭਾਜੀ ਬਹੁਤ ਵੱਡੇ ਜੋਰੀ ਆ। ਅਗਰ ਉਹਨਾਂ ਨੇ ਸਿਫਤ ਕਰਤੀ, ਮੈਂ ਤਾਂ ਕੁਛ ਕਹਿਣ ਦੀ ਸ਼ਬਦ ਨਹੀਂ ਛੱਡੇ। ਅਗਰ ਉਹਨਾਂ ਨੇ ਮੋਹਰ ਲਾਤੀ ਤਾਂ ਮੇਰੀ ਵੀ ਮੋਹਰ ਲੱਗੀ। ਵੈਰੀ ਗੁੱਡ। ਅੱਛਾ ਸਰ, ਹੁਣ ਮੋਹਰ ਦੀ ਗੱਲ ਕੀਤੀ ਆ ਤੁਸੀਂ। ਅੱਛਾ, ਆਪਾਂ ਹੁਣ ਗੀਤ ਸਾਂਝਾ ਕੀਤਾ ਮਨਮੋਹਨ ਵਾਰਿਸ, ਕਮਲ ਹੀਰ ਹੋਰਾਂ ਦਾ ਗਾਇਆ ਹੋਇਆ, ਹੋਰ ਵੀ ਬਹੁਤ ਸਾਰੇ ਗੀਤ ਆਪਾਂ ਸਾਂਝੇ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ। ਆਪਣੇ ਗੈਸਟ ਵੀ ਆਉਂਦੇ ਆ ਕੋਈ ਨਾ ਕੋਈ, ਚਾਹੇ ਪੰਜਾਬ ਤੋਂ ਚਾਹੇ ਬਾਕੀ ਓਵਰਆਲ ਸਾਰੇ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ। ਅਸੀਂ ਜਵਾਬ ਦੇ ਆਪਣੇ ਪ੍ਰੋਗਰਾਮ ਲਈ ਹਾਂ, ਬਟ ਓਵਰਆਲ ਜੇ ਅਸੀਂ ਅੱਜ ਦੀ ਡਿਸਕਸ਼ਨ ਨੂੰ ਅੱਗੇ ਤੋਰਨਾ ਹੋਵੇ, ਇੱਕ ਆਟੋਮੈਟਿਕਲੀ ਮੈਨੂੰ ਇਹ ਲੱਗ ਰਿਹਾ ਹੁੰਦਾ ਸਰ ਕਿ ਇੱਕ ਪ੍ਰਭਾਵ ਜਾਂ ਇੱਕ ਇੰਪ੍ਰੈਸ਼ਨ ਜਿਹੜਾ ਹੋਸਟ ਹੈ ਉਹ ਜਾਣੇ ਅਣਜਾਣੇ ਦੇ ਵਿੱਚ ਕਮਿਊਨਿਟੀ ਅਤੇ ਭਾਈਚਾਰੇ ਦੇ ਉੱਤੇ ਛੱਡੀ ਬੈਠਾ ਹੁੰਦਾ ਕਿ ਮੇਰੀ ਪਰਸਨਲ ਰਾਏ ਕੀ ਹੈ। ਸ਼ਾਇਦ ਉਹਨੂੰ ਸ਼ਬਦਾਂ 'ਚ ਕਹਿਣ ਦੀ ਕਈ ਵਾਰੀ ਲੋੜ ਨਹੀਂ ਹੁੰਦੀ ਕਿ ਹਾਂ ਯਾਰ ਕਿ ਕਿਸੇ ਗੱਲ ਦੇ ਮੈਂ ਹੱਕ 'ਚ ਬੋਲ ਰਿਹਾ ਜਾਂ ਉਹਦੇ ਵਿਰੋਧ 'ਚ ਬੋਲ ਰਿਹਾ। ਉਹਦਾ ਪ੍ਰੋਗਰਾਮ ਆਟੋਮੈਟਿਕਲੀ ਉਹ ਕਨਵੇ ਕਰ ਰਿਹਾ ਹੁੰਦਾ। ਬਲ ਸਾਹਿਬ, ਇਸ ਪੁਆਇੰਟ ਤੋਂ ਹੀ ਥੋੜ੍ਹਾ ਜਿਹਾ ਅੱਗੇ ਤੋਰੀਏ। ਤੁਹਾਨੂੰ ਕੀ ਲੱਗਦਾ ਸਾਡਾ ਮੀਡੀਆ ਕਿਸ ਤਰ੍ਹਾਂ ਦੇ ਰੂਪ ਦੇ ਨਾਲ, ਇਨਕਲੂਡਿੰਗ ਸਾਡਾ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ, ਰਮਜ਼ ਪੰਜਾਬੀ, ਜਾਂ ਬਾਕੀ ਇੱਥੇ ਜਿਹੜਾ ਸਾਡਾ ਭਾਈਚਾਰਾ, ਕਿਵੇਂ ਦੇਖ ਰਿਹਾ ਉਹਨੂੰ? ਨਹੀਂ ਦੇਖੋ ਹਰਜਿੰਦਰ, ਜਿਹੜਾ ਨਾ ਲੋਕ ਪੱਖੀ ਮੀਡੀਆ ਜੇ ਤੁਸੀਂ ਬਣਨਾ ਤੇ ਤੁਸੀਂ ਤਾਂ ਹੀ ਸਰਵਾਈਵ ਕਰ ਸਕਦੇ ਆ। ਉੱਦਾਂ ਤਾਂ ਜੇ ਚਲੋ ਵੀ ਆਪਣਾ ਪ੍ਰੋਗਰਾਮ ਕੀਤਾ ਤੇ ਮੈਂ ਅਕਸਰ ਉਹ ਮਿਸਾਲ ਦਿੰਦਾ ਵੀ ਕਿੱਕਰ ਤੇ ਕਾਟੋ ਖੇਡਦੀ ਵਾਲੇ ਗੀਤ ਲਾ ਕੇ ਚਲੇ ਜਾਣਾ ਤੇ ਉਹ ਫਿਰ ਜ਼ਿਆਦਾ ਚਿਰ ਲੋਕਾਂ ਦੇ ਨਾਲ ਜੁੜਿਆ ਨਹੀਂ ਰਹਿ ਸਕਦਾ। ਉਹ ਜੜ੍ਹਾਂ ਉਹਦੀਆਂ ਫਿਰ ਬਣਦੀਆਂ ਨੇ। ਸੋ ਜੜ੍ਹਾਂ ਬਣਨ ਦੇ ਲਈ ਲੋਕ ਮੁੱਦਿਆਂ ਦੇ ਨਾਲ, ਲੋਕਾਂ ਦੇ ਇਸ਼ੂਜ਼ ਸਮੇਂ ਦੇ ਜਿੱਦਾਂ ਸਮੇਂ ਦਰ ਸਮੇਂ ਗੱਲ ਆ ਰਹੀ ਆ, ਫਿਰ ਲੋਕਾਂ ਨੂੰ ਮੌਕਾ ਦੇਣਾ ਤੇ ਵੱਖੋ ਵੱਖਰੇ ਜਿੱਦਾਂ ਵੀ ਗੁਰਸ਼ਰਨ ਵਰਗੇ ਹੋਏ ਜਾਂ ਮੇਰੇ ਵਰਗੇ ਜਿਹੜੇ ਕੋਈ ਤੇ ਇਨਪੁਟ ਦੇ ਸਕਣ ਤਾਂ ਕਿ ਇੱਕ ਸਾਰਥਕ ਡਿਸਕਸ਼ਨ ਜਿਹੜੀ ਉਹ ਚੱਲ ਸਕੇ। ਤੇ ਜਿਹਦੇ ਵਿੱਚ ਇਸ ਵਕਤ ਮੈਂ ਕਹਿੰਦਾ ਵੀ ਸਾਡੇ ਜਿੰਨੇ ਵੀ ਕਲਾਕਾਰ ਆ ਖਾਸ ਤੌਰ ਤੇ ਉਹਨਾਂ ਨੇ ਜੋ ਰੋਲ ਨਿਭਾਇਆ ਬੜਾ ਸ਼ਲਾਘਾਯੋਗ ਹੈ। ਤੇ ਆਪਣੇ ਪੰਜਾਬੀ ਮੀਡੀਆ ਆਪਣੇ ਪੰਜਾਬ ਦਾ ਤੇ ਵਿਦੇਸ਼ਾਂ ਦਾ ਜਿੰਨਾ ਮੀਡੀਆ, ਜਿੱਦਾਂ ਤੁਸੀਂ ਵੀ ਇਸ ਗੱਲ ਤੇ ਕੀਤੀ, ਹੋਰ ਵੀ ਪ੍ਰੋਗਰਾਮ ਕਰ ਰਹੇ ਹਨ ਭਾਈਚਾਰੇ ਦੇ ਵਿੱਚ ਚੇਤਨਤਾ ਲਿਆਉਣ ਦੇ ਲਈ। ਤੇ ਇਸ ਨੂੰ ਆਪਾਂ ਇੱਕ ਪ੍ਰੋਗਰੈਸਿਵ ਪਾਸੇ ਕਿੱਦਾਂ ਆਪਾਂ ਯੋਗਦਾਨ ਪਾ ਸਕੀਏ, ਉਹਦੇ 'ਚ ਇੱਕ ਮੀਡੀਆ ਬਹੁਤ ਮਜ਼ਬੂਤ ਕੜੀ ਦਾ ਕੰਮ ਕਰਦਾ ਜੇ। ਤੇ ਜੇ ਨਹੀਂ ਕਰੋਗੇ ਤੇ ਸਮੇਂ ਦੇ ਵਹਾਅ ਦੇ ਨਾਲ ਤੁਹਾਨੂੰ ਵਹਾ ਦਿੱਤਾ ਜਾਵੇਗਾ ਸਾਈਡ ਤੇ।
ਬਾਬੂ ਜੀ ਥੋੜ੍ਹੇ ਜਿਹੇ ਸ਼ਬਦਾਂ 'ਚ ਇਸੇ ਪੁਆਇੰਟ 'ਤੇ ਤੁਸੀਂ ਕਮੈਂਟ ਕਰਨਾ ਚਾਹੋ? ਹਰਜਿੰਦਰ ਜੀ, ਮੈਂ ਮੰਨਦਾ ਹੈ ਕਿ ਦੇਖੋ ਕੁਛ ਇੱਕ ਪ੍ਰੋਗਰਾਮ ਹੁੰਦੇ ਉਹਨਾਂ ਨੇ ਸਿਰਫ ਐਂਟਰਟੇਨਮੈਂਟ ਲਈ ਕਰਨਾ ਹੁੰਦਾ ਆ, ਕੁਛ ਇੱਕ ਪ੍ਰੋਗਰਾਮ ਹੁੰਦੇ ਆ ਉਹਨਾਂ ਦਾ ਜਿਹੜਾ ਮਕਸਦ ਹੁੰਦਾ ਆ ਕਿ ਉਹਨਾਂ ਨੇ ਸਪੋਰਟਸ ਕਰਨਾ ਕੁਛ ਕਰਨਾ, ਪਰ ਜਿਵੇਂ ਆਪਣੇ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਨੇ ਆਪਣੇ ਭਾਈਚਾਰੇ ਨਾਲ ਜੁੜੇ, ਜਿਹਨਾਂ ਨੂੰ ਆਪਾਂ ਕਮਿਊਨਿਟੀ ਪ੍ਰੋਗਰਾਮ ਕਹਿ ਦਿੰਦੇ ਆ, ਤਾਂ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਹੋਸਟ ਨੇ ਡੈਫੀਨੇਟਲੀ ਅਗਰ ਕਮਿਊਨਿਟੀ ਨਾਲ ਜੁੜੇ ਹੋਏ ਨੇ, ਉਹ ਜ਼ਮੀਨੀ ਪੱਧਰ ਤੇ ਜੁੜੇ ਨੇ, ਉਹਨਾਂ ਨੂੰ ਪਤਾ ਹੈ ਲੋਕਾਂ ਦੀ ਪਲਸ ਦਾ, ਤਾਂ ਡੈਫੀਨੇਟਲੀ ਉਹਨਾਂ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਵਿੱਚ ਝਲਕ ਆਏਗੀ। ਨੋ ਡਾਊਟ ਜੋ ਆਪਾਂ ਦੇਖ ਰਹੇ ਹਾਂ ਇਸ ਵੇਲੇ, ਜਿਵੇਂ ਮੀਡੀਆ ਕਵਰੇਜ ਹੋ ਰਹੀ ਆ, ਵਿਦੇਸ਼ਾਂ ਦੇ ਵਿੱਚ ਜਿਹੜੀ ਕਵਰੇਜ ਹੋ ਰਹੀ ਹੈ ਇੱਕ ਦੁੱਕਾ ਮੀਡੀਆ ਅਦਾਰਿਆਂ ਨੂੰ ਛੱਡ ਕੇ ਸਾਰੀ ਕਿਸਾਨ ਪੱਖੀ ਹੋ ਰਹੀ ਆ, ਤੇ ਮੈਨੂੰ ਬੜੀ ਹੈਰਾਨੀ ਹੋਈ ਪੰਜਾਬ ਦੇ ਮੀਡੀਆ ਦੇ ਵਿੱਚ ਵੀ ਜੀ, ਕਿਉਂਕਿ ਜਦੋਂ ਪਿਛਲੀ ਵਾਰੀ ਜਿੰਨੇ ਵੀ ਅੰਦੋਲਨ ਹੋਏ ਆ, ਜਦੋਂ ਇਤਿਹਾਸ ਦੱਸਦਾ, ਜਸਪਾਲ ਭਾਜੀ ਖੈਰ ਕੁਝ ਜ਼ਿਆਦਾ ਜਾਣਦੇ ਨੇ, ਕੁਛ ਇੱਕ ਮੀਡੀਆ ਅਦਾਰੇ ਜਿਹੜੇ ਜਲੰਧਰ ਬੇਸਡ ਇੱਕ ਦੋ ਸੀਗੇ ਮੀਡੀਆ ਅਦਾਰੇ, ਉਸ ਵੇਲੇ ਉਹਨਾਂ ਦਾ ਰਵੱਈਆ ਕੀ ਸੀ, ਈਵਨ ਜਿਹੜਾ ਪੰਜਾਬੀ ਭਾਸ਼ਾ ਦਾ ਜਦੋਂ ਉਹ ਸੈਂਸਸ ਹੋਇਆ ਉਹਨਾਂ ਦਾ ਉਸ ਵੇਲੇ ਵੀ ਰਵੱਈਆ ਕੁਛ ਹੋਰ ਸੀ, ਪਰ ਹੁਣ ਉਹਨਾਂ ਦੇ ਹੀ ਕੁਛ ਇੱਕ ਚੈਨਲ ਮੈਂ ਬੜੀ ਹੈਰਾਨੀ ਨਾਲ ਦੇਖਦਾ ਕਿ ਉਹ ਪੰਜਾਬ ਦੀ ਕਿਸਾਨੀ ਲਈ ਬਹੁਤ ਜੱਦੋ-ਜਹਿਦ ਕਰ ਰਹੇ ਆ, ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ। ਸੋ ਪੰਜਾਬ ਦਾ ਤਮਾਮ ਮੀਡੀਆ, ਵਿਦੇਸ਼ਾਂ ਵਿੱਚ ਜਿਹੜਾ ਪੰਜਾਬੀ ਮੀਡੀਆ ਆ, ਇਹਨਾਂ ਦੀ ਇਕਜੁੱਟਤਾ ਦੇਖਦੇ ਹੋਏ ਮੈਨੂੰ ਲੱਗਦਾ ਕਿਸਾਨ ਪੱਖੀ ਆ। ਤੇ ਉਹਦੇ ਨਾਲ ਦੀ ਨਾਲ ਲੈਟਸ ਨਾਟ ਫਰਗੇਟ, ਜਦੋਂ ਤੁਸੀਂ ਖੇਡ ਰਹੇ ਆ, ਜਿਹੜਾ ਦਿੱਲੀ ਬੇਸਡ ਮੀਡੀਆ, ਬੰਬੇ ਬੇਸਡ ਮੀਡੀਆ, ਉਹਦਾ ਜਿਹੜਾ ਰਵੱਈਆ ਆ ਉਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇਸ ਐਜੀਟੇਸ਼ਨ ਨੂੰ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੱਕ ਦੁੱਕੇ ਨੂੰ ਛੱਡ ਕੇ ਹੁਣ, ਪਰ ਜਿਵੇਂ ਜਿਵੇਂ ਇਹ ਅੰਦੋਲਨ ਮੋਮੈਂਟਮ ਫੜਦਾ ਜਾ ਰਿਹਾ ਆ, ਮੈਨੂੰ ਉਹਨਾਂ ਦੇ ਰਵੱਈਏ 'ਚ ਵੀ ਥੋੜ੍ਹੀ ਜਿਹੀ ਤਬਦੀਲੀ ਨਜ਼ਰ ਆ ਰਹੀ ਹੈ ਜੀ। ਪ੍ਰਭੂ, ਤੁਸੀਂ ਵੀ ਇਸੇ ਪੁਆਇੰਟ ਨੂੰ ਅੱਗੇ ਤੋਰਨਾ ਚਾਹੋ? ਜਦ ਐਕਚੁਅਲੀ ਐਜੀਟੇਸ਼ਨ ਸਟਾਰਟ ਹੋਈ, ਜਦ ਪ੍ਰੋਟੈਸਟ ਸਟਾਰਟ ਹੋਇਆ, ਤੇ ਉਸ ਟਾਈਮ ਡਿਫਰੈਂਟ ਮੀਡੀਆ ਪਲੇਟਫਾਰਮਸ 'ਤੇ ਡਿਫਰੈਂਟ ਸਟੋਰੀਜ਼ ਸਾਹਮਣੇ ਆਈਆਂ। ਕਈ ਜਿਹੜੀ ਸੀਗੀ ਉਹ ਫਾਰਮਰਸ ਦੇ ਹੱਕ ਦੇ ਵਿੱਚ ਸੀਗੀਆਂ, ਕਈ ਜਿਹੜੇ ਮੀਡੀਆ ਕਰਮੀ ਸੀਗੇ ਉਹਨਾਂ ਨੇ ਇਸ ਪ੍ਰੋਟੈਸਟ ਨੂੰ ਇੱਕ ਖਾਲਿਸਤਾਨ ਦਾ ਨਾਮ ਦੇ ਦਿੱਤਾ ਕਿ ਚਾਹੇ ਉਹ ਇੱਥੋਂ ਦਾ ਵੀ ਕੁਛ ਮੀਡੀਆ ਹੋਏ ਜਾਂ ਇੰਟਰਨੈਸ਼ਨਲ ਮੀਡੀਆ ਦੀ ਵੀ ਜੇਕਰ ਮੈਂ ਗੱਲ ਕਰਾਂ। ਤੇ ਮੈਨੂੰ ਲੱਗਦਾ ਹੈ ਕਿ ਮੀਡੀਆ ਕਿਸ ਫਾਰਮ ਦੀ ਕਮਿਊਨੀਕੇਸ਼ਨ ਹੈ ਜੋ ਲੋਕਾਂ ਤੱਕ ਕਰੈਕਟ ਮੈਸੇਜ ਪਹੁੰਚਾ ਸਕਦੀ ਸੀ ਔਰ ਪਹੁੰਚਾ ਰਹੀ ਹੈ, ਔਰ ਉਹ ਸਰਕਾਰ ਤੱਕ ਵੀ ਇੱਕ ਕਰੈਕਟ ਮੈਸੇਜ ਪਹੁੰਚਾ ਸਕਦੀ ਹੈ। ਬਟ ਮੈਨੂੰ ਇਹ ਲੱਗਦਾ ਕਿ ਜਿਹੜਾ ਕਮਿਊਨੀਕੇਸ਼ਨ ਗੈਪ ਹੋਇਆ ਹੈ, ਇਹਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਮੀਡੀਆ ਨੇ ਹਿਊਜ ਰੋਲ ਪਲੇ ਕੀਤਾ ਹੈ। ਹੁਣ ਚਾਹੇ ਬੇਸ਼ੱਕ ਮੋਮੈਂਟਮ ਫੜਿਆ ਇਸ ਪ੍ਰੋਟੈਸਟ ਨੇ ਜਾਂ ਜੋ ਇਸ ਇੰਪੋਰਟੈਂਟ ਟੌਪਿਕ ਨੂੰ, ਪਰ ਇਹਨੂੰ ਡੀਰੇਲ ਕਰਨ ਦੀ ਹੁਣ ਵੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਹੀ ਟਵਿੱਟਰ 'ਤੇ ਮੈਂ ਪੜ੍ਹ ਰਹੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਬ੍ਰੇਨ ਵਾਸ਼ ਕੀਤਾ ਜਾ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਸ਼ੋਅ ਕੀਤਾ ਜਾ ਰਿਹਾ ਹੈ ਕਿ ਜਿਹੜੇ ਫਾਰਮਰਸ ਨੇ ਜੋ ਬਹੁਤ ਹੀ ਪੀਸਫੁਲੀ ਬੈਠ ਕੇ ਆਪਣੀ ਮੰਗਾਂ ਰੱਖ ਰਹੇ ਨੇ ਜਾਂ ਬਹੁਤ ਹੀ ਪੀਸਫੁਲੀ ਬੈਠ ਕੇ ਆਪਣੀ ਇੱਕ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕੁਛ ਜਿਹੜੇ ਗੰਦੇ ਅਨਸਰ ਕਹਿ ਲਓ ਉਹ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਉਹਨਾਂ ਵਿੱਚੋਂ ਮੀਡੀਆ ਵੀ ਇੱਕ ਹਿਊਜ ਰੋਲ ਪਲੇ ਕਰ ਰਿਹਾ ਹੈ ਇਸ ਟਾਈਮ। ਬਾਲ ਸਾਹਿਬ, ਇੱਕ ਐਂਗਲ ਥੋੜ੍ਹਾ ਹੋਰ ਇੱਥੇ ਟੱਚ ਕਰਨਾ ਚਾਹਾਂਗਾ, ਹੋ ਸਕਦਾ ਸੁਣਨ ਵਾਲਿਆਂ ਨੂੰ ਥੋੜ੍ਹਾ ਬੁਰਾ ਲੱਗੇ, ਔਡ ਲੱਗੇ। ਜਦੋਂ ਅਸੀਂ ਕਿਸੇ ਇੱਕ ਚੀਜ਼ ਦੇ ਹੱਕ 'ਚ ਖੜ ਜਾਂਦੇ ਹਾਂ ਅਤੇ ਦੂਸਰੇ ਪਾਸੇ ਕੁਛ ਲੋਕ ਥੋੜ੍ਹੇ ਜਾਂ ਬਹੁਤੇ ਵਿਰੋਧ 'ਚ ਖੜ੍ਹੇ ਆ, ਅਤੇ ਜਿਹੜੇ ਹੱਕ 'ਚ ਖੜ੍ਹਨ ਵਾਲੇ ਆ ਜਦੋਂ ਵਿਰੋਧ 'ਚ ਬੋਲਣ ਵਾਲਿਆਂ ਦੇ ਖਿਲਾਫ ਹੋ ਜਾਂਦੇ ਆ, ਕੀ ਉਹ ਬੁਲਿੰਗ ਨਹੀਂ ਹੈ? ਇਹ ਦੇਖੋ, ਮੈਂ ਹਮੇਸ਼ਾ ਇਸ ਗੱਲ ਦਾ ਮੁਰੀਦ ਰਿਹਾ ਵੀ ਆਪਣੀ ਜਿਹੜਾ ਤਰਕ ਜਾਂ ਆਪਣਾ ਵਿਚਾਰ ਰੱਖਦੇ ਹੋਏ ਇੰਨਾ ਦਲੀਲ ਨਾਲ ਤੇ ਇੰਨੇ ਤਰੀਕੇ ਨਾਲ ਦਿਓ ਵੀ ਤੁਹਾਡਾ ਵਿਰੋਧੀ ਵੀ ਤੇ ਸਖਤ ਵਿਰੋਧੀ ਵੀ ਤੁਹਾਡੀ ਉਸ ਲੌਜਿਕ ਤੋਂ ਕਨਵਿੰਸ ਹੋਵੇ ਵੀ ਘੱਟੋ ਘੱਟ ਆਪਣੀ ਖੋਜ ਕਰਕੇ ਤੱਥਾਂ ਦੇ ਉੱਤੇ ਭਰਪੂਰ ਗੱਲ ਹੈ। ਅੱਛਾ, ਜਿੱਥੇ ਤੱਕ ਆ ਗਈ ਗੱਲ ਵੀ ਪ੍ਰਭਜੋਤ ਨੇ ਵੀ ਟੱਚ ਕੀਤਾ ਵੀ ਸ਼ੁਰੂਆਤੀ ਦਿਨਾਂ ਦੇ ਵਿੱਚ ਇਹਨੂੰ ਕੁਛ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜਾਂ ਕੁਛ ਮੀਡੀਆ ਅਦਾਰਿਆਂ ਵੱਲੋਂ ਇਹਨੂੰ ਇੱਕ ਵੀ ਟਵਿਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਇਹਨੂੰ ਡਰੇਲ ਕੀਤਾ ਜਾ ਸਕੇ। ਮੈਂ ਇੱਕ ਤਾਂ ਨਾ ਹਰਜਿੰਦਰ, ਇਹ ਹੁੰਦਾ ਵੀ ਦੇਖੋ ਜਿਹੜੀਆਂ ਨਾ ਲੜਾਈ ਦੇ ਢੰਗ ਤਰੀਕੇ ਆ ਉਹ ਕੋਈ ਜ਼ਿਆਦਾ ਬਦਲੇ ਨਹੀਂ, ਉਹ ਪੁਰਾਣੇ ਸਮੇਂ ਤੋਂ ਲੈ ਕੇ ਤੇ ਹੁਣ ਤੱਕ ਜਿੱਦਾਂ ਕੱਲ੍ਹ ਵੀ ਉਸੇ ਤਰ੍ਹਾਂ ਚੱਲਦੀ ਆ ਰਹੀਆਂ ਵੀ ਇੱਕ ਸਾਈਕੋਲੋਜੀਕਲ ਵਾਰਫੇਅਰ ਚੱਲਦਾ ਹੈ ਤੇ ਉਹਦੇ ਵਿੱਚ ਉਹੀ ਅੱਗੇ ਵੱਧਦਾ ਹੈ ਜਿਹੜਾ ਆਪਣੀ ਪੁਰਾਣੀ ਗੇਮ ਨੂੰ, ਕਿਉਂਕਿ ਤੁਸੀਂ ਵਿਰੋਧੀ ਵੱਲ ਜੇ ਆਪਾਂ ਵਿਰੋਧੀ ਤੇ ਕੋਈ ਦੋ ਧਿਰਾਂ ਦੇਖੀਏ ਵੀ ਇੱਕ ਪਾਸੇ ਹਿੰਦੁਸਤਾਨ ਸਰਕਾਰ ਹੈ ਜਿਹੜੀ ਆਪਣਾ ਕਾਰਪੋਰੇਟ ਘਰਾਣਿਆਂ ਦਾ ਇੰਟਰਸਟ ਥੋਪਣੀ ਚਾਹੁੰਦੀ ਹੈ ਤੇ ਦੂਸਰੇ ਪਾਸੇ ਆਮ ਕਿਸਾਨ ਮਜ਼ਦੂਰ ਵਰਗ ਹੈ ਜਿਹੜਾ ਕਿ ਜਿੱਦਾਂ ਕਹੋ ਵੀ ਬਹੁਤ ਉਹਦੇ ਵਿੱਚੋਂ ਕੋਈ 60% ਤਾਂ ਬਿਲੋ ਪਾਵਰਟੀ ਲਾਈਨ ਵਾਲੇ ਹਨ। ਅੱਛਾ, ਉਹ ਜਿਹੜੀ ਗੇਮ ਹੈ ਨਾ ਜੀ, ਉਹਨਾਂ ਨੇ ਆਪਣੀ ਥੋੜ੍ਹੀ ਜਿਹੀ ਟਵੀਕ ਕਰਨੀ ਹੈ ਤੇ ਜਿਹੜੀ ਇੱਥੇ ਕੀਤੀ ਆ ਜਿਹੜੇ ਦੂਸਰੇ ਪਾਸੇ ਵਾਲੇ ਜਿਹਨਾਂ ਨੂੰ ਕਹਿੰਦੇ ਵੀ ਕਾਰਪੋਰੇਟ ਘਰਾਣੇ, ਕਿਉਂਕਿ ਉਹੀ ਮੀਡੀਆ ਨੂੰ ਕੰਟਰੋਲ ਕਰਦੇ ਹਨ, ਉਹਨਾਂ ਨੂੰ ਸੀਗਾ ਵੀ ਜਿੱਦਾਂ ਪੁਰਾਣੀਆਂ ਨੂੰ ਅਸੀਂ ਵੀ ਇਹਨਾਂ ਨੂੰ ਵੀ ਵੱਖਵਾਦੀ ਜਾਂ ਮੀਡੀਆ ਦੇ ਉੱਤੇ ਕੰਟਰੋਲ ਕਰਕੇ ਤੇ ਇਹਨਾਂ ਨੂੰ ਅਸੀਂ ਡਰਿਲ ਕਰ ਦਾਂਗੇ, ਪਰ ਉਹ ਭੁੱਲ ਗਏ ਕਿਉਂਕਿ ਹੁਣ ਪੰਜਾਬ ਹਮੇਸ਼ਾ ਜਿਹੜਾ ਵੀ ਇਹਦੇ ਉੱਤੇ ਜੁਰਮਾਨਾ ਬਣ ਕੇ ਆਉਂਦਾ ਨਾ ਜੀ,
ਉਹ ਸੋਚ ਲੈ ਕੇ ਆਉਂਦਾ ਵੀ ਮੈਂ ਜਿੱਦਾਂ ਬਾਕੀਆਂ ਨੂੰ ਦਰੜ ਲਿਆ ਇੱਦਾਂ ਇੱਥੇ ਦਰੜ ਜਾਣਾ। ਤੇ ਪੰਜਾਬ ਵਾਲੇ ਜਿਹੜੇ ਉਹ ਥੋੜੀ ਜਿਹੀ ਗੇਮ ਨੂੰ ਚੇਂਜ ਕਰਦੇ ਹਨ। ਉਹ ਚੇਂਜ ਬੇਸ਼ੱਕ ਉਹ ਗੁਰੀਲਾ ਜਿਹੜੀ ਯੁੱਧ ਉਦੋਂ ਅਬਦਾਲੀਆਂ ਵੇਲੇ ਦੀ ਹੋਵੇ ਤੇ ਉਹ ਜਿਹੜੀ ਹੁਣ ਵਾਲੀ ਆ, ਇਹਨਾਂ ਨੇ ਕਦੀ ਐਕਸਪੈਕਟ ਨਹੀਂ ਸੀ ਕੀਤਾ ਵੀ ਸ਼ੰਭੂ ਬਾਰਡਰ ਤੋਂ ਲੰਘਦੇ ਆ ਕੇ ਦਿੱਲੀ ਦੇ ਬਰੂਹਾ ਤੱਕ ਆ ਜਾਣਗੇ। ਤੇ ਆਏ ਵੀ ਕਿਸ ਤਰੀਕੇ, ਬੜੇ ਸ਼ਾਂਤਮਈ ਤਰੀਕੇ ਦੇ ਨਾਲ, ਜਿਹਨੇ ਸਮੁੱਚੀ ਦੁਨੀਆ ਦੇ ਮੀਡੀਆ ਦਾ ਧਿਆਨ ਖਿੱਚਿਆ, ਇੱਥੋਂ ਦੇ ਰਾਜਨੀਤਿਕ ਢਾਂਚੇ ਦਾ ਧਿਆਨ ਖਿੱਚਿਆ। ਤੇ ਉਹਦੇ ਵਿੱਚ ਬੜਾ ਵੱਡਾ ਰੋਲ ਜਿਹੜਾ ਡਾਇਸਪੋਰਾ ਪੰਜਾਬੀ ਕਮਿਊਨਿਟੀ ਹੈ ਨਾ ਜੀ, ਉਹਨਾਂ ਦਾ ਰੋਲ ਰਿਹਾ। ਤੇ ਇਲਾਵਾ ਜਿਹੜੇ ਉੱਥੇ ਟਰੈਕਟਰ ਤੋਂ ਬੈਠੇ, ਜਿਨ੍ਹਾਂ ਨੇ ਟਰੈਕਟਰ ਤੋਂ ਬਹਿ ਕੇ, ਜਿੱਦਾਂ ਤੁਸੀਂ ਕਿਹਾ ਵੀ ਉੱਥੇ ਟਵਿੱਟਰ ਦਾ ਹੜ੍ਹ ਚੱਲਿਆ, ਉਹਨਾਂ ਨੇ ਉਹ ਟਵਿੱਟਰ ਦੇ ਜ਼ਰੀਏ ਜਿਹੜਾ ਹੜ੍ਹ ਲਿਆਂਦਾ, ਉਹ ਕਦੀ ਇਹਨਾਂ ਨੇ ਐਕਸਪੈਕਟ ਨਹੀਂ ਸੀ ਕੀਤਾ। ਜਿਹੜੇ ਦੂਸਰੇ ਸਾਈਡ ਤੇ ਜਿੱਦਾਂ ਕਹੋ ਵੀ ਅੰਬਾਨੀਆਂ, ਅਡਾਨੀਆਂ, ਮੋਦੀਆਂ ਦੇ ਗੋਦੀ ਮੀਡੀਆ ਜਿਹੜਾ ਸੀਗਾ, ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਇਹੋ ਜਿਹਾ ਵੀ ਹੋ ਜਾਵੇਗਾ। ਜੀ ਬੋਬੀ ਜੀ ਦੇ ਕੋਲੋਂ ਵੀ ਇਹੀ ਕਮੈਂਟ ਲਵਾਂਗੇ, ਪਰ ਨਾਲ ਦੀ ਨਾਲ ਮੈਨੂੰ ਲੱਗਦਾ ਸਾਡੀਆਂ ਕਾਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ। ਆਪਾਂ ਇੱਕ ਕਾਲ ਲੈ ਲੈਂਦੇ ਹਾਂ ਤੇ ਦੂਸਰੀ ਕਾਲ ਨੂੰ ਜੇ ਬਾਕੀ ਕੋਈ ਹੋਰ ਕਾਲ ਆਉਣਗੇ ਉਹਨਾਂ ਨੂੰ ਵੀ ਆਪਾਂ ਨਾਲ ਥੋੜ੍ਹੇ ਸ਼ਬਦਾਂ ਲਈ ਨਾਲ ਜੋੜਦੇ ਹਾਂ। ਦੇਖਦੇ ਹਾਂ ਸਾਡੇ ਪਹਿਲੇ ਕਾਲਰ 9799 ਹੈ ਜੀ ਤੁਹਾਡਾ ਨੰਬਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਸ਼ੁਭ ਨਾਮ ਹੈ ਸਰ ਆਪਣਾ? ਮੇਰਾ ਨਾਮ ਹਰਪ੍ਰੀਤ ਹੈ ਜੀ। ਜੀ ਹਰਪ੍ਰੀਤ ਭਾਈ। ਵੀਰ ਜੀ ਬਹੁਤ ਵਧੀਆ ਟੌਪਿਕ ਆ ਤੇ ਦੋਨੇ ਹੀ ਗੈਸਟ ਬੜੇ ਵਧੀਆ ਵਿਚਾਰ ਦੇ ਰਹੇ ਨੇ। ਮੈਂ ਸਿਰਫ ਇੱਕ ਚੀਜ਼ ਐਡ ਕਰਨਾ ਚਾਹੁੰਦਾ, ਸ਼ਾਇਦ ਮੈਂ ਵੀ ਗਲਤ ਹੋਵਾਂ। ਇੱਥੇ ਵੀ ਕੁਛ ਮੀਡੀਆ ਨੇ, ਆਈ ਡੋਂਟ ਨੋ ਉਹਨਾਂ ਨੂੰ ਕੋਈ ਕੌਂਸਲੇਟ ਜਨਰਲ ਦਾ ਡਰ ਆ ਜਾਂ ਕਿੱਥੋਂ ਉੱਧਰ ਇੰਡੀਆ ਦਾ ਆਪਾਂ ਅੰਬਾਨੀ ਅਦਾਨੀ ਕਹਿ ਸਕਦੇ ਹਾਂ। ਇੱਥੇ ਪਤਾ ਨਹੀਂ ਉਹਨਾਂ ਨੂੰ ਕਿਹੜੀ ਚੀਜ਼ ਦਾ ਡਰ ਆ ਜਾਂ ਕਿੱਧਰੋਂ ਬੈਕਅਪ ਹੁੰਦੀ ਆ ਕਿ ਉਹ ਮੀਡੀਆ ਵਿੱਚ ਡਿਸਕਸ਼ਨ ਲਈ ਇਹ ਮੁੱਦਾ ਲੈ ਕੇ ਆ ਰਹੇ ਨੇ, ਪਰ ਨਾਲ ਮੁੱਦਾ ਉਹ ਜਿਹੜੇ ਵਿਰੋਧ ਬੋਲਣ ਵਾਲੇ ਆ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦੇ ਕੇ ਉਹ ਇੱਕੋ ਹੀ ਪੁਆਇੰਟ ਨੂੰ ਬਾਰ-ਬਾਰ ਜੀ ਉਹ ਤਾਂ ਗੱਲਬਾਤ ਨੂੰ ਤਿਆਰ ਆ, ਤਾਂ ਗੱਲਬਾਤ ਨੂੰ, ਜਦਕਿ ਹਰ ਪਾਸੇ ਪਤਾ ਕਿ ਗੱਲਬਾਤ ਨੂੰ ਕਿਸਾਨ ਵੀ ਤਿਆਰ ਨੇ ਤੇ ਪਰ ਦੂਜੇ ਪਾਸੇ ਮੋਦੀ ਕਹਿ ਰਹੇ ਆ ਪਰ ਕੋਈ ਗੱਲਬਾਤ ਨਹੀਂ ਕਰ ਰਹੇ। ਉਹ ਜਦੋਂ ਵੀ ਕੋਈ ਟਾਕ ਹੁੰਦੀ ਹੈ ਤੇ ਵਿੱਚੋਂ ਜਾਂ ਅਮਿਤ ਸ਼ਾਹ ਗਾਇਬ ਆ ਜਾਓਗਾ, ਪਰ ਇੱਥੇ ਉਹ ਮੀਡੀਆ ਵਾਲੇ ਬਾਰ-ਬਾਰ ਉਹ ਵਿਰੋਧੀ ਜਿਹੜੇ ਉਹਨਾਂ ਨੇ ਇਸ ਕੰਮ ਦੇ ਉੱਤੇ ਰੌਲਾ ਪਾਉਣ ਲਾਏ ਹੋਏ ਨੇ, ਉਹਨਾਂ ਨੂੰ ਬਾਰ-ਬਾਰ ਜ਼ਿਆਦਾ ਟਾਈਮ ਦੇ ਕੇ ਤੇ ਬਾਰ-ਬਾਰ ਉਹਨਾਂ ਤੋਂ ਹੀ ਘੁਆ ਕੇ ਆਈ ਡੋਂਟ ਨੋ ਕੀ ਡੀਰੇਲ ਕਰਨ ਦੀ ਕੋਸ਼ਿਸ਼ ਇੱਥੋਂ ਕਰ ਰਹੇ ਨੇ। ਮੈਨੂੰ ਇਹ ਗੱਲ ਦਾ ਸਮਝ ਨਹੀਂ ਆਈ। ਇਹਦੇ ਬਾਰੇ ਮੀਡੀਆ ਦਾ ਰੋਲ ਬਾਰੇ ਤੁਸੀਂ ਦੱਸ ਸਕਦੇ ਹੋ ਬੈਟਰ। ਥੈਂਕ ਯੂ ਹਰਪ੍ਰੀਤ ਜੀ। ਤੇ ਮੈਂ ਥੋੜਾ ਜਿਹਾ ਕਮੈਂਟ ਕਰ ਦਿੰਦਾ ਹਰਜਿੰਦਰ। ਹਰਪ੍ਰੀਤ ਜੀ ਪਹਿਲਾਂ ਤਾਂ ਆਪਣੀ ਸੋਚ ਨਾ ਇਸ ਪਾਸੇ ਨੂੰ ਲਿਜਾਓ ਵੀ ਸੋਚੋ ਬਚਪਨ ਦੇ ਵਿੱਚ ਜਦੋਂ ਪਤੰਗ ਨੂੰ ਉੱਪਰ ਚੜਾਈਦਾ ਸੀ ਨਾ, ਉਹਨੂੰ ਤੁਣਕਾ ਮਾਰੀਦਾ ਤਾਂ ਹੀ ਪਤੰਗ ਉੱਪਰ ਚੜ੍ਹਦਾ। ਸੋ ਜੇ ਆਪਾਂ ਸਾਰੇ ਇੱਕ ਪਾਸੇ ਕਰ ਲਏ ਤੇ ਤੁਹਾਡੇ ਮੇਰੇ ਵਰਗਿਆਂ ਨੂੰ, ਗੁਰਸ਼ਰਨ ਵਰਗਿਆਂ ਨੂੰ, ਹਰਜਿੰਦਰ ਜਾਂ ਪ੍ਰਭਜੋਤ ਨੂੰ ਕਿਹੜਾ ਆਪਣੀ ਜਿਹੜੀ ਰੋਜ਼ਮਰਾ ਦੀ ਬਿਜ਼ੀ ਜ਼ਿੰਦਗੀ ਦੇ ਵਿੱਚੋਂ ਇਸ ਪਾਸੇ ਲਾਵੇਗਾ ਵੀ ਭਾਈਚਾਰੇ ਦੇ ਵਿੱਚ ਆਪਾਂ ਗੱਲ ਕਰਨੀ ਹੈ, ਭਾਈਚਾਰੇ ਨੂੰ ਜਗਾਉਣਾ ਹੈ, ਭਾਈਚਾਰੇ ਨੂੰ ਉਸ ਮੂਵਮੈਂਟ ਦੇ ਨਾਲ ਆਪਾਂ ਕਿੱਦਾਂ ਜੋੜੀਏ। ਸੋ ਉਹਨਾਂ ਦਾ ਆਪਣਾ ਕੰਮ ਹੈ, ਉਹਨਾਂ ਨੂੰ ਕਰਨ ਦਿਓ। ਪਰ ਹਾਂ ਇਹ ਜ਼ਰੂਰ ਹੈ ਵੀ ਉਹਦਾ ਨੋਟਿਸ ਲਵੋ। ਕੱਲ੍ਹ ਨੂੰ ਜਦੋਂ ਕਿਤੇ ਭਾਈਚਾਰਕ ਮੰਚ ਤੇ ਆ ਕੇ ਉਹ ਆਪਣੇ ਆਪ ਨੂੰ ਪੇਸ਼ ਕਰੇ ਵੀ ਮੈਂ ਤੁਹਾਡਾ ਤੇ ਤੁਸੀਂ ਮੇਰੇ ਤੇ ਹੁਣ ਮੈਨੂੰ ਭਾਈਚਾਰਾ ਮਦਦ ਕਰੇ, ਉਹ ਤੋਂ ਫਿਰ ਆਪਾਂ ਨੂੰ ਆਪਣੇ ਤੇ ਬਗਾਨੇ ਦੀ ਜਿਹੜਾ ਆ ਪਛਾਣ ਤੇ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹ ਇਹੋ ਜਿਹੇ ਮੌਕਿਆਂ 'ਚ ਮਿਲ ਜਾਂਦਾ। ਮੈਂ ਤਾਂ ਕਹਿੰਦਾ ਵੀ ਚੰਗੀ ਗੱਲ ਹੈ ਜੀ ਉਹ ਕਰ ਰਹੇ ਬੂਸਟ ਮਿਲ ਰਿਹਾ ਜੀ। ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਮੈਂ ਤਾਂ ਇਹ ਹੈ ਕਿ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਇੱਥੇ ਕਿਹੜੀ ਚੀਜ਼ ਬੈਕਅਪ ਕਰਵਾ ਰਹੀ ਹੈ ਇਸ ਕੰਮ ਦੇ ਉੱਤੇ। ਤੇ ਦੂਸਰੀ ਗੱਲ ਬੋਬੀ ਹੁਣੀ ਵੀ ਸਹਿਮਤ ਹੋਣਗੇ, ਕੋਈ ਉਹ ਵੀ ਸੁਣਦੇ ਰਹਿੰਦੇ ਇੱਥੇ ਸਾਰਾ। ਈਵਨ ਮੋਦੀ ਦੇ ਜੋ ਡਿਮੋਨਟਾਈਜੇਸ਼ਨ ਕੀਤੀ ਹੈ, ਜਦੋਂ ਨੋਟਬੰਦੀ ਕੀਤੀ ਹੈ, ਉਸ ਮੌਕੇ ਤੋਂ ਲੈ ਕੇ ਉਹ ਮੀਡੀਆ ਹਾਲੇ ਤੱਕ ਸ਼ੁਰੂ ਹੋਏ ਨੇ ਕਿ ਨਹੀਂ ਜੀ ਉਹ ਸਹੀ, ਉਹ ਹਲੇ ਵੀ ਹੁਣ ਵੀ ਕਹਿ ਰਹੇ ਉਹ ਸਹੀ ਸੀਗਾ। ਆਈ ਡੋਂਟ ਨੋ ਹਾਲੇ ਤੱਕ ਕੀ ਉਹ ਲਿਆ ਕੇ ਇੱਥੇ ਦਾ ਖਿੱਚ ਕੇ ਕੀ ਸਾਬਤ ਕਰਨਾ ਚਾਹੁੰਦੇ ਤੇ ਜਾਂ ਉਹਨਾਂ ਨੂੰ ਕੀ ਪਿੱਛੋਂ ਹੈਗੀ ਹੈ। ਦੈਟਸ ਇਟ। ਥੈਂਕ ਯੂ ਜੀ। ਸ਼ੁਕਰੀਆ ਹਰਪ੍ਰੀਤ ਵੀਰੇ, ਬਹੁਤ ਮਿਹਰਬਾਨੀ। 905 601 1350 ਦੋਸਤੋ, ਜੇਕਰ ਤੁਸੀਂ ਵੀ ਆਪਣੇ ਵਿਚਾਰ ਦੇਣੇ ਹੋਣ ਤਾਂ ਕਾਲ ਕਰ ਸਕਦੇ ਹੋ। ਬਾਬੂ ਜੀ ਇਸ ਪੁਆਇੰਟ ਨੂੰ ਅੱਗੇ ਤੋਰਦੇ ਹਾਂ ਥੋੜ੍ਹਾ ਜਿਹਾ, ਜਿਹੜਾ ਮੀਡੀਆ ਵਾਲੀ ਪੁਆਇੰਟ ਤੇ ਆ ਗਈ ਗੱਲ। ਮੈਂ ਅਗੇਨ ਦੁਬਾਰਾ ਬੜਾ ਵਿਦ ਡਿਊ ਰਿਸਪੈਕਟ ਹੀ ਮੈਂ ਇਹ ਕਹਿਣਾ ਕਿ ਆਪਾਂ ਕਈ ਵਾਰ ਇਹ ਹੁੰਦਾ ਕਿ ਅਸੀਂ ਆਪਣੀ ਐਨਰਜੀ ਨਾ, ਫੋਰ ਐਗਜ਼ਾਮਪਲ ਪਿਛਲੇ ਦਿਨ ਵੀ ਗੱਲ ਹੋਈ ਸੀ ਵੀ ਕੰਗਨਾ ਰਣੌਤ ਤੇ ਜਿੰਨੀ ਐਨਰਜੀ ਵੇਸਟ ਕਰ ਦਿੱਤੀ ਗਈ ਹੈ ਉਹਨੂੰ ਇੰਨਾ ਲੋੜ ਨਹੀਂ ਸੀ ਉਹਨੂੰ ਹਾਈਲਾਈਟ ਕਰਨ ਦੀ। ਠੀਕ ਹੈ, ਉਹਨੂੰ ਇੱਕ ਜਵਾਬ ਮਿਲ ਗਿਆ ਸੀ, ਪਰ ਉਹਨੂੰ ਅਸੀਂ ਉਨੀ ਹੀ ਪੋਸਟਾਂ, ਉਨੇ ਹੀ ਹੈਸ਼ਟੈਗ ਜਾਂ ਉਨਾ ਹੀ ਹੋਰ ਜਿਹੜੀ ਐਨਰਜੀ ਆ ਉਹ ਆਪਾਂ ਕਿਸੇ ਹੋਰ ਕੰਮ ਤੇ ਲਗਾ ਦਿੰਦੇ, ਸ਼ਾਇਦ ਉਹਦਾ ਸਾਰਥਕ। ਮੈਂ ਹਰਜਿੰਦਰ ਜੀ ਦਾ ਥੋੜਾ ਜਿਹਾ ਡਿਫਰ ਕਰਦਾ ਆ। ਠੀਕ ਹੈ, ਜੋ ਕੰਗਨਾ ਰਣੌਤ ਦੇ ਬਾਰੇ ਮੈਂ ਹੁਣ ਸਪੈਸੀਫਿਕਲੀ ਇੱਕ ਨਾਮ ਤੁਸੀਂ ਜਿਹੜਾ ਲਿਆ ਆ, ਉਹਦੇ ਬਾਰੇ ਹੁਣ ਹੋ ਗਿਆ ਸੀਗਾ, ਅਗਰ ਇਸ ਵਾਰੀ ਕੋਈ ਮੂੰਹ ਬੰਦ ਨਾ ਕਰਾਉਂਦਾ ਨਾ, ਹਾਂ ਉਹ ਇੱਕ ਫਾਰਮੈਲਿਟੀ ਲਈ ਤੇ ਚਲੋ ਕਰ ਦਿੱਤਾ ਸੀਗਾ ਨਹੀਂ, ਪਰ ਉਹਨੂੰ ਮੈਨੂੰ ਲੱਗਦਾ ਇੰਨੀ ਦੂਰ ਤੱਕ ਖਿੱਚ ਕੇ ਲਿਜਾਣਾ, ਇਹ ਦੂਰ ਕੇ ਖਿੱਚ ਕੇ ਲਿਜਾਣ ਦੀ ਗੱਲ ਆ। ਉਹਨੂੰ ਕਿਸੇ ਨੂੰ ਉਹਦਾ ਜਿਹੜਾ ਕਿ ਡਰ ਲੈ ਗਿਆ ਸੀ, ਜਿਹਨੂੰ ਪੰਜਾਬੀ ਚ ਕਹਿੰਦੇ ਆ, ਜਦੋਂ 1-2 ਇਨਸੀਡੈਂਟ ਹੋਏ ਆ, ਪਹਿਲਾਂ ਮੀਡੀਆ ਨੇ ਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੇ ਐਪੀਸੋਡ ਵੇਲੇ, ਉਹੀ ਸੁਸ਼ਾਂਤ ਸਿੰਘ ਰਾਜਪੂਤ ਦਾ ਹੁਣ ਉਹੀ ਕਹਿੰਦੇ ਕੇਸ ਹੈ, ਨਾ ਕੋਈ ਹੁਣ ਨਾਮ ਲੈਂਦਾ ਹੈ, ਬਿਹਾਰ ਦੀ ਇਲੈਕਸ਼ਨ ਹੋ ਚੁੱਕੀ ਆ, ਉਸ ਵੇਲੇ ਉਹਨੂੰ ਉਭਾਰਿਆ ਗਿਆ। ਫਿਰ ਮਹਾਰਾਸ਼ਟਰ ਦੀ ਲੋਕਲ ਪੋਲੀਟਿਕਸ ਦੇ ਵਿੱਚ ਉਹਨੂੰ ਵਰਤਣ ਲਈ ਉਭਾਰਿਆ ਗਿਆ, ਤੇ ਉੱਥੇ ਉਹਨੇ ਜਾ ਕੇ, ਮੈਂ ਸਮਝਦਾ, ਮੈਂ ਭਾਰਤ ਦੀ ਰਾਜਨੀਤੀ ਨੂੰ ਤੁਸੀਂ ਵੀ ਸਮਝਦੇ ਆ, ਜਸਪਾਲ ਭਾਜੀ ਬਹੁਤ ਬਿਹਤਰ ਸਮਝਦੇ ਹੋ, ਸਾਡੇ ਸਰੋਤੇ ਵੀ ਸਮਝਦੇ ਆ, ਮਹਾਰਾਸ਼ਟਰ ਵਿੱਚ ਜਾ ਕੇ ਠਾਕਰੇ ਪਰਿਵਾਰ ਨੂੰ ਥਾਪੀ ਮਾਰਨੀ, ਮੈਂ ਕਦੀ ਇਸ ਗੱਲ ਨੂੰ ਸੋਚ ਵੀ ਨਹੀਂ ਸੀ ਸਕਦਾ।
ਤੇ ਉਹ ਕੰਗਨਾ ਰਣੌਤ ਜਾ ਕੇ ਕਿਹਦੀ ਬੈਕਅਪ ਨਾਲ ਮਾਰ ਕੇ ਆਈ ਤੇ ਉਹ ਚੁੱਪ ਕਰਕੇ ਉਹਨਾਂ ਨੇ ਪੰਗਾ ਲਿਆ, ਪਰ ਉਹ ਮਾਰੇ ਕੁਸਕਣ ਨਹੀਂ ਦਿੱਤੇ। ਪਰ ਇਸ ਵੇਲੇ ਜੋ ਕੰਗਨਾ ਰਣੌਤ ਨੇ ਸਾਡੀ ਮਾਤਾ ਬੀਬੀ ਮਹਿੰਦਰ ਕੌਰ ਬਾਰੇ ਜਿਹੜੀ ਟਿੱਪਣੀ ਕੀਤੀ, ਪਹਿਲਾਂ ਸ਼ਹੀਨ ਬਾਗ ਬਾਰੇ ਟਿੱਪਣੀ ਕਰਦੀ ਰਹੀ ਸੀ, ਜਿਵੇਂ ਸਾਡੇ ਭਾਈਚਾਰੇ ਨੇ, ਸਾਡੇ ਯੰਗਸਟਰਸ ਨੇ, ਇਹ ਤੋਂ ਇੱਕ ਗੱਲ ਤਾਂ ਸਾਬਿਤ ਹੋ ਗਈ, ਜਿਵੇਂ ਸ਼ੁਰੂਆਤ ਦੇ ਵਿੱਚ ਜਸਪਾਲ ਭਾਜੀ ਨੇ ਕਿਹਾ ਸੀ ਕਿ ਸਾਡੀ ਜਿਹੜੀ ਇਹ ਲੜਾਈ ਹੈਗੀ ਆ, ਜਿੱਥੇ ਸਾਡੇ ਬਜ਼ੁਰਗ ਲੀਡ ਕਰ ਰਹੇ, ਨਾਲ ਯੰਗਸਟਰ ਜੁੜੇ ਹੋਏ ਨੇ, ਸੋਸ਼ਲ ਮੀਡੀਆ ਸੈਵੀ ਨੇ, ਤੇ ਡਾਇਸਪੋਰਾ ਦਾ ਰੋਲ ਬਹੁਤ ਵੱਡਾ ਆ, ਕਿਉਂਕਿ ਇਹ ਅੰਦੋਲਨ ਕਾਮਯਾਬੀ ਤਾਈਓ ਹੋਇਆ। ਜਿਹੜੇ ਲੋਕ ਪੰਜਾਬ ਤੋਂ ਬਾਹਰ ਬੈਠੇ ਨੇ, ਉਹ ਫਰੀਡਮ ਆਫ ਸਪੀਚ ਦੇ ਤਹਿਤ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਉਹਦੇ ਨਾਲ ਮੇਨ ਸਟ੍ਰੀਮ ਮੀਡੀਆ ਬਾਕੀ ਮੁਲਕਾਂ ਦੇ ਵੀ ਇਨਵੋਲਵ ਹੋ ਗਏ। ਉਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਡਾਇਸਪੋਰਾ ਦੀ, ਤੇ ਉਹਦੇ ਕਰਕੇ ਮੈਂ ਮੰਨਦਾ ਕਿ ਇਹ ਚਲੋ ਚੀਜ਼ ਵਧੀਆ ਹੋਈ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹਰਜਿੰਦਰ ਜੀ ਨਾ, ਦੇਖੋ ਪਹਿਲੀ ਗੱਲ ਹੈ, ਮੈਂ ਹਰ ਇੱਕ ਗੱਲ ਬੰਦੇ ਦੀ ਫਰੀਡਮ ਆਫ ਸਪੀਚ ਦੀ ਕਦਰ ਕਰਦਾ ਹਾਂ, ਹਰ ਇੱਕ ਨੂੰ ਆਪਣੀ ਓਪੀਨੀਅਨ ਰੱਖਣ ਦਾ ਹੱਕ ਆ। ਅਗਰ ਮੈਂ ਕਹਿੰਦਾ ਕਿ ਹੁਣ ਵੀ ਸਾਡਾ ਪ੍ਰੋਗਰਾਮ ਚੱਲ ਰਿਹਾ ਆ, ਅਗਰ ਕਿਸੇ ਨੂੰ ਲੱਗਦਾ ਜਸਪਾਲ ਭਾਜੀ, ਬੌਬੀ ਸਿੱਧੂ, ਪ੍ਰਭ ਜੋਤ, ਹਰਜਿੰਦਰ ਜਾਂ ਹੋਰ ਕੋਈ ਸਾਡਾ ਸਰੋਤਾ ਕੋਈ ਗਲਤ ਗੱਲ ਕਹਿ ਰਿਹਾ, ਮੈਂ ਉਸ ਵੀਰ ਨੂੰ, ਭੈਣ ਨੂੰ ਬਿਲਕੁਲ ਰਿਕਵੈਸਟ ਕਰਾਂਗਾ ਕਿ ਉਹ ਸਾਨੂੰ ਕਾਲ ਕਰਨ ਤੇ ਆਪਣੀ ਦਲੀਲ ਦੇ ਨਾਲ, ਤਰਕ ਦੇ ਨਾਲ ਸਾਨੂੰ ਡਿਸਕਸ਼ਨ ਕਰਨ। ਡਿਸਕਸ਼ਨ ਕਰਨ ਦੇ ਨਾਲ ਸਾਡਾ ਕਿਸੇ ਦੁਸ਼ਮਣ ਨਹੀਂ ਬਣ ਜਾਣਾ, ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਆ। ਪਰ ਕਈ ਵਾਰੀ ਜਦੋਂ ਇਹ ਲੱਗੇ ਨਾ ਹਰਜਿੰਦਰ, ਇੱਕ ਫਰਕ ਹੁੰਦਾ ਆ। ਇੱਕ ਤਾਂ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਇਸ਼ੂ ਤੇ ਡਿਸਕਸ਼ਨ ਕਰ ਰਹੇ ਆ, ਇੱਕ ਵਾਰੀ ਇਹ ਹੁੰਦਾ ਹੈ ਕਿ ਲੱਗ ਰਿਹਾ ਹੁੰਦਾ ਕਿ ਇਹ ਜਿਹੜਾ ਬੰਦਾ ਡਿਸਕਸ਼ਨ ਨਹੀਂ ਕਰ ਰਿਹਾ, ਇਹ ਆਪਣੇ ਵਿਚਾਰ ਇਨਫੋਰਸ ਕਰ ਰਿਹਾ ਆ, ਜਾਂ ਇਹਨੂੰ ਕੋਈ ਪਿੱਛੋਂ ਕਹਿੰਦੇ ਹੁੰਦੇ ਕੋਈ ਹਦਾਇਤਾਂ ਹੈਗੀਆਂ ਆ, ਜਿਹੜੀ ਕਈ ਵਾਰ ਦੇਖਣ ਨੂੰ ਮਿਲਦਾ ਆ ਭਾਰਤ ਦਾ ਮੀਡੀਆ ਹੋਵੇ ਜਾਂ ਹੋਰ ਕਿਤੇ ਹੋਵੇ, ਕਿ ਪਿਛਲੇ ਹਦਾਇਤਾਂ, ਜਿਵੇਂ ਜਸਪਾਲ ਭਾਜੀ ਨੇ ਕਿਹਾ ਆ, ਭਾਰਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਜਿਹੜੇ 2-3 ਵੱਡੇ ਘਰਾਣਿਆਂ ਦੇ ਖਿਲਾਫ ਜਿੱਦਾਂ ਗੱਲ ਹੋ ਰਹੀ ਆ ਅਦਾਨੀ ਅੰਬਾਨੀਆਂ ਦੀ, ਭਾਰਤ ਦਾ ਮੀਡੀਆ ਜਿਹੜੇ ਜ਼ਿਆਦਾਤਰ ਚੈਨਲ ਆ ਸਾਡੇ ਸਰੋਤੇ ਜਾਣਦੇ ਹੋਣਗੇ, ਉਹ ਰਿਲਾਇੰਸ ਵਾਲੇ ਓਨ ਕਰਦੇ ਆ। ਜਿਹੜਾ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਾਉਣ ਦਾ ਸਾਧਨ ਆ, ਉਹ ਸਭ ਤੋਂ ਵੱਧ ਰਿਲਾਇੰਸ ਕੋਲ ਹੈ, ਚਾਹੇ ਜੀਓ ਰਾਹੀਂ, ਚਾਹੇ ਜਿਸ ਤਰ੍ਹਾਂ ਵੀ ਹੈਗਾ ਆ। ਕੇਬਲ ਨੈਟਵਰਕ ਤੇ ਕਬਜ਼ਾ ਉਹਨਾਂ ਦਾ ਭਾਰਤ ਦੇ ਉੱਤੇ। ਸੋ ਉਹਨਾਂ ਦੀ ਪੂਰੀ ਉਸ ਵੇਲੇ ਮੋਨੋਪੋਲੀ ਹੋਣ ਕਰਕੇ ਉਹ ਜਿੱਥੇ ਨੂੰ ਗੱਲ ਨੂੰ ਚਲਾਉਣਾ ਚਾਹੁੰਦੇ ਕੋਸ਼ਿਸ਼ ਕਰਦੇ ਆ। ਪਰ ਸਦਕੇ ਜਾਈਏ ਪੰਜਾਬ ਦੇ ਮੀਡੀਆ ਦੀ, ਸਦਕੇ ਜਾਈਏ ਸਾਡਾ ਓਵਰਸੀਜ਼ ਮੀਡੀਆ ਜਿੰਨਾ ਆ, ਤੇ ਨਾਲੇ ਸੋਸ਼ਲ ਮੀਡੀਆ ਦੇ ਯੰਗਸਟਰ ਨੇ, ਕਿ ਜਿਹੜੀ ਇਹ ਲਹਿਰ ਆ, ਲੋਕ ਲਹਿਰ ਬਣਾਈ ਆ, ਉਹਨਾਂ ਨੇ ਆਪਣੇ ਯਤਨਾਂ ਦੇ ਨਾਲ ਬਣਾਈ ਆ, ਤੇ ਤਾਂ ਹੀ ਉਹ ਇਹ ਲਹਿਰ ਅੱਜ ਇਸ ਵੱਡੇ ਲੈਵਲ ਤੱਕ ਪਹੁੰਚ ਗਈ। ਅੱਛਾ ਬਾਬੂ ਜੀ, ਆਪਾਂ ਇੱਕ ਸਵਾਲ ਤੁਹਾਡੇ ਲਈ ਆ ਕਿ ਇਹ ਜਿਹੜੀ ਲਹਿਰ ਹੈ, ਕੀ ਇਹ ਸਰਕਾਰ ਵਿਰੋਧੀ ਹੈ ਕਿ ਭਾਰਤ ਵਿਰੋਧੀ? ਆਪਾਂ ਇਹਦੀ ਗੱਲ ਥੋੜੀ ਦੇਰ ਚ ਕਰਦੇ ਹਾਂ, ਇੱਕ ਕਾਲ ਲੈ ਲੈਂਦੇ ਪਹਿਲਾਂ ਆਪਾਂ। ਹੈਲੋ, ਹਾਂਜੀ ਤੁਸੀਂ ਆਉਂਦੀ ਰਹੋ ਜੀ। 6172। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਰਸ਼ਦੀਪ ਗੱਲ ਕਰ ਰਿਹਾ। ਦੇਖੋ ਬਾਬੂ ਜੀ, ਇਹ ਜਿਹੜੀ ਲਹਿਰ ਬਣਾਈ ਆ, ਇਹ ਸਾਡੇ ਬਾਬੇ ਦਾਦੇ ਨੇ ਬਣਾਈ ਆ, ਉਹ ਮੀਡੀਆ ਦੇ ਤੌਰ ਤੇ ਨਹੀਂ ਬਣੀ। ਇਹ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਹੌਕਾ ਦੇ ਕੇ ਜਿਹੜਾ 2 ਮਹੀਨੇ ਦਾ ਰੇਲਾ ਰੋਕੋ, ਕਿਉਂਕਿ ਤੁਹਾਨੂੰ ਯਾਦ ਹੋਵੇਗਾ ਪਿਛਲੇ ਜ਼ਮਾਨੇ ਦੇ ਵਿੱਚ ਇੰਟਰਨੈਟ ਤਾਂ ਹੁੰਦਾ ਨਾ ਸੀ, ਤੇ ਜੇ ਹੁੰਦਾ ਸੀ ਬਿਜਲੀ ਵੀ ਕੱਟ ਦਿੰਦੇ ਹੁੰਦੇ ਸੀ ਇਹ। ਇਸ ਕਰਕੇ ਗਰਾਊਂਡ ਲੈਵਲ ਤੋਂ ਬਣੀ ਆ। ਕਈ ਪਿੰਡਾਂ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਏਦਾਂ ਹੀ ਲੋਕਾਂ ਨੇ, ਸਿੰਗਰਾਂ ਨੇ, ਸਾਰਿਆਂ ਨੇ ਇਕੱਠੇ ਹੋ ਕੇ ਬਣਾਈ ਆ। ਮੀਡੀਆ ਦਾ ਰੋਲ ਤਾਂ ਜੋ ਹੈਗਾ ਆਪਾਂ ਸਭ ਨੂੰ ਪਤਾ, ਲੋਕ ਸਭਾ ਤੇ ਰਾਜ ਸਭਾ ਦੀ ਸੀਟਾਂ ਪਿੱਛੇ ਟਕੇ ਪਿੱਛੇ ਮੀਡੀਆ ਵਾਲੇ ਵੀ ਵਿਕ ਜਾਂਦੇ ਆ, ਇੱਥੇ ਵੀ ਵਿਕਾਊ ਆ। ਹਰਜਿੰਦਰ ਜੀ, ਗੱਲ ਇਹ ਹੈ ਕਿ ਆਤਾ ਤੇ ਖੁਦਾ ਦਾ ਵੈਰ ਹੁੰਦਾ। ਹੁਣ ਜਿਹੜੇ ਹਿਸਾਬ ਨਾਲ ਇਹ ਅੰਦੋਲਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਆ, ਸਾਨੂੰ ਲੱਗਦਾ ਆ ਮੋਦੀ ਜੀ ਵਿੱਚ ਬਹਿ ਕੇ ਇਹਦਾ ਫੈਸਲਾ ਕਰਵਾਉਣਗੇ ਕਿ ਨਹੀਂ? ਧੰਨਵਾਦ। ਠੀਕ ਹੈ ਵੀਰੇ, ਬਹੁਤ ਮਿਹਰਬਾਨੀ ਸਰ, ਥੈਂਕ ਯੂ। ਬਾਬੂ ਜੀ, ਪਹਿਲਾਂ ਤਾਂ ਜਿਹੜਾ ਮੈਂ ਸਵਾਲ ਤੁਹਾਨੂੰ ਪੁੱਛਿਆ ਸੀ ਕਿ ਇੱਕ ਰੰਗਤ, ਇਹ ਭਾਰਤ ਵਿਰੋਧੀ ਰੰਗਤ ਹੈ ਜਾਂ ਇਹ ਸਰਕਾਰ, ਮੌਜੂਦਾ ਸਰਕਾਰ ਵਿਰੋਧੀ ਹੈ? ਹਰਜਿੰਦਰ ਜੀ, ਸਮੇਂ-ਸਮੇਂ ਤੇ ਸਰਕਾਰਾਂ ਗਲਤ ਫੈਸਲਾ ਲੈਂਦੀਆਂ ਆ। ਬਹੁਤ ਲੋਕ ਮੈਨੂੰ ਵੀ ਟਿੱਪਣੀ ਕਰਦੇ ਆ ਕਿ ਤੁਸੀਂ ਜੀ ਇਹ ਭਾਰਤ ਵਿਰੋਧੀ ਗੱਲ ਕਰ ਰਹੇ ਆ। ਮੈਂ ਉਹਨਾਂ ਵੀਰਾਂ ਨੂੰ ਇੱਕੋ ਹੀ ਗੱਲ ਕਰਦਾ ਹੁੰਦਾ, ਜਿਹੜੇ ਮੋਦੀ ਜੀ ਦੇ ਵੀ ਬਹੁਤ ਤਕੜੇ ਸਮਰਥਕ ਆ। ਮੋਦੀ ਜੀ ਖੁਦ ਮੰਨਦੇ ਆ ਕਿ ਜਦੋਂ ਭਾਰਤ 'ਚ ਐਮਰਜੈਂਸੀ ਲੱਗੀ ਸੀ, ਉਸ ਵੇਲੇ ਦੀ ਸਰਕਾਰ ਨੇ ਲਾਈ ਸੀ, ਤਾਂ ਉਹਨਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਸੀ। ਈਵਨ ਉਹ ਦੱਸਦੇ ਨੇ ਕਿ ਆਪਣਾ ਭੇਸ ਬਦਲ ਕੇ ਨਿਕਲੇ ਨੇ, ਭੇਸ ਵੀ ਸਰਦਾਰ ਦਾ ਅਖਤਿਆਰ ਕਰਕੇ ਗਏ ਸੀਗੇ। ਸੋ ਉਦੋਂ ਮੈਂ ਮੰਨਦਾ ਆ ਕਿ ਅਗਰ ਨਰਿੰਦਰ ਮੋਦੀ ਜੀ ਉਸ ਵੇਲੇ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਲੜੇ, ਕਿ ਉਸ ਵੇਲੇ ਉਹ ਦੇਸ਼ ਵਿਰੋਧੀ ਸੀਗੇ। ਸੋ ਅਗਰ ਹਰ ਇੱਕ ਸਰਕਾਰ ਦਾ ਹੁਕਮ ਮੰਨਣਾ, ਹਰ ਸਰਕਾਰ ਦੀ ਪਾਲਿਸੀ ਮੰਨਣਾ, ਉਹ ਦੇਸ਼ ਭਗਤੀ ਦਾ ਇੱਕ ਕਹਿੰਦੇ ਹੈਗਾ ਆ ਸਰਟੀਫਿਕੇਟ, ਤਾਂ ਮੈਂ ਬਹੁਤ ਇਹੋ ਜਿਹੇ ਇੰਸਟੈਂਸਿਸ ਦੇ ਦਿੰਦਾ ਆ ਜਿੱਥੇ ਹੁਣ ਮੌਜੂਦਾ ਸਰਕਾਰ ਤੇ ਬੈਠੇ ਮੰਤਰੀ ਜਾਂ ਹੋਰ ਭਾਰਤ ਦੇ ਬਹੁਤ ਜਿਹੜੇ ਹੈਗੇ ਆ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਾਉਣ ਵਾਲੇ, ਉਹ ਉਸ ਵੇਲੇ ਸਰਕਾਰ ਦੇ ਖਿਲਾਫ ਕੰਮ ਕਰਦੇ ਰਹੇ।
ਸੋ ਮੈਂ ਇਹ ਮੰਨਦਾ ਹਾਂ ਕਿ ਕਿਸੇ ਵੀ ਡੈਮੋਕ੍ਰੈਟਿਕ ਨੇਸ਼ਨ ਦੇ ਵਿੱਚ ਉਹਦੀ ਵੀ ਕੋਈ ਪਾਲਿਸੀ ਆਉਂਦੀ ਹੈ, ਸਰਕਾਰ ਲੈ ਕੇ ਆਉਂਦੀ ਆ, ਉਹਨੂੰ ਤੁਹਾਨੂੰ ਆਪਣੇ ਐਂਟੀ ਨੈਸ਼ਨਲ ਨਹੀਂ ਕਿਹਾ ਜਾ ਸਕਦਾ। ਔਨ ਦ ਕੰਟਰਰੀ ਮੈਂ ਇਸ ਗੱਲ ਕਰਦਾ ਆਰਡੀਨੈਂਸ ਦੀ, ਜਿਸ ਤਰ੍ਹਾਂ ਇਸ ਨੂੰ ਲਿਆਂਦਾ ਗਿਆ ਤੇ ਖਾਸ ਕਰਕੇ ਜਦੋਂ ਰਾਜ ਸਭਾ ਦੇ ਵਿੱਚ ਮੌਜੂਦਾ ਸਰਕਾਰ ਨੂੰ ਲੱਗਾ ਕਿ ਸਾਡੇ ਕੋਲ ਨੰਬਰ ਨਹੀਂ ਹੈਗੇ, ਇਹ ਬਿੱਲ ਪਾਸ ਨਹੀਂ ਹੋਣਾ, ਤੇ ਜਦੋਂ ਆਪੋਜੀਸ਼ਨ ਪਾਰਟੀ ਨੇ ਇਹ ਦੇਖ ਲਿਆ ਕਿ ਇਹਨਾਂ ਕੋਲ ਬਿੱਲ ਪਾਸ ਨਹੀਂ ਹੋਣਾ, ਉਹਨਾਂ ਨੇ ਡਿਵੀਜ਼ਨ ਦੀ ਮੰਗ ਕੀਤੀ ਜੀ, ਉਹ ਵੋਟ ਨਾ ਪੈਣ ਦੇਣੀ, ਸਿਰਫ ਵੌਇਸ ਵੋਟ ਹੀ ਕਰਾਉਣੀ। ਮੈਂ ਮੰਨਦਾ ਅਗਰ ਐਕਸ਼ਨ ਨਾਲ ਦੇਖਿਆ ਜਾਵੇ ਉਹ ਜ਼ਿਆਦਾ ਐਂਟੀ ਨੈਸ਼ਨਲ ਲੱਗਦਾ, ਕਿਉਂਕਿ ਤੁਸੀਂ ਜਦੋਂ ਪਾਰਲੀਮੈਂਟਰੀ ਨੋਰਮਸ ਨਾਲ ਖਿਲਵਾੜ ਕਰਦੇ ਆ, ਡੈਮੋਕ੍ਰੈਟਿਕ ਜਿਹੜੀ ਸਾਡਾ ਸਿਸਟਮ ਹੈ ਉਹਨੂੰ ਛਿੜਦੇ ਆ, ਉਹ ਤੋਂ ਜ਼ਿਆਦਾ ਖਤਰਾ ਆ। ਬਿਲਕੁਲ ਠੀਕ, ਮੈਂ ਤੁਹਾਨੂੰ ਜਵਾਬ ਮੈਂ ਦੇ ਦਿੱਤਾ ਹੈ। ਬਾਕੀ ਬਲ ਸਾਹਿਬ ਤੁਹਾਡੇ ਵੀ ਕਮੈਂਟ ਇਹਦੇ ਤੇ, ਮੈਨੂੰ ਪਤਾ ਫਿਰ ਤੁਸੀਂ ਥੋੜਾ ਬਿਜ਼ੀ ਹੋ ਜਾਣਾ, ਤੇ ਤੁਹਾਡੇ ਤੋਂ ਅਗਲੇ 5-7 ਮਿੰਟ ਦੇ ਵਿੱਚ ਇੱਕ ਤੇ ਇਸੇ ਪੁਆਇੰਟ ਤੇ, ਤੇ ਦੂਸਰਾ ਜਿਹੜਾ ਬਾਈ ਜੀ ਹੋਰਾਂ ਨੇ, ਅਰਸ਼ ਹੋਰਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਨਰਿੰਦਰ ਮੋਦੀ ਹੋਰਾਂ ਦਾ ਕੀ ਹੁਣ ਨੀਤੀ ਹੋਏਗੀ, ਇਹਨਾਂ ਦੋਨੋਂ ਪੁਆਇੰਟਸ ਨੂੰ ਬਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਮੈਂ 4:15 ਵਜੇ ਤੱਕ ਤੁਹਾਡੇ ਨਾਲ ਹਾਂ ਜੀ। ਪਰਫੈਕਟ, ਠੀਕ ਹੈ। ਅੱਛਾ, ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਨਾ ਤਾਂ ਮੈਂ ਇਸ ਸਾਰੇ ਘਟਨਾਕ੍ਰਮ ਨੂੰ ਸਮਝਦਾ ਵੀ ਐਂਟੀ ਨੈਸ਼ਨਲ ਤੇ ਨਾ ਹੀ ਇਹ ਐਂਟੀ ਕੋਈ ਵੀ ਸਰਕਾਰ ਆ। ਇਹ ਇੱਕ ਐਂਟੀ ਪੋਲੀਟੀਕਲ ਪਾਲਿਸੀਜ਼ ਆ ਜਿਹੜੀਆਂ ਉਹ ਜਿਸ ਤਰੀਕੇ ਨਾਲ ਉਹ ਇੰਪੋਜ਼ ਕਰ ਰਹੇ ਹਨ, ਲੋਕਾਂ ਦਾ ਕੋਈ ਉਹਦੇ ਵਿੱਚ ਇਨਪੁਟ ਨਹੀਂ। ਜਿਹੜਾ ਪਿਛਲੇ ਕੁਛ ਸੀ ਨਾ ਵੀ 5-6 ਸਾਲਾਂ ਤੋਂ ਜਿਹੜੀ ਇੱਕ ਸੋਚ ਭਾਰੂ ਹੋ ਰਹੀ ਆ ਮੈਜੋਰਟੀਵਾਦ ਵੀ ਧੱਕੇ ਨਾਲ ਬਰੂਟ ਫੋਰਸਿਸ, ਤੇ ਉਹਨੂੰ ਫਿਰ ਪੰਜਾਬ ਨੇ ਕਿਸੇ ਨਾ ਕਿਸੇ ਪਹਿਲੂ ਤੋਂ ਰਜਿਸਟ ਕਰਨਾ ਸੀ, ਕਿਉਂਕਿ ਇਹ ਸਾਡੀ ਜਿਹੜਾ ਕਹੋ ਵੀ ਖਸਲਤ ਦੇ ਵਿੱਚ ਆ, ਸਾਡੀ ਮਿੱਟੀ ਦੇ ਵਿੱਚ ਆ। ਅੱਛਾ, ਜਿਹੜੀ ਹੁਣ ਅਰਸ਼ਪ੍ਰੀਤ ਹੋਣਾ ਵੀ ਇਹਦਾ ਕੀ ਬਣੂਗਾ, ਦੇਖੋ ਜਿਹੜਾ ਨਾ ਹੁਣ ਜਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਗੱਲ ਪਹੁੰਚ ਚੁੱਕੀ ਆ, ਜੇ ਕਹੀਏ ਵੀ ਪੁਰਾਣੇ ਸਮਿਆਂ ਵਾਂਗ ਜਾਂ ਸ਼ਾਹੀਨ ਬਾਗ ਜਾਂ CAA ਦੇ ਮੋਰਚੇ ਦੇ ਜਿੱਦਾਂ ਇਹਨਾਂ ਨੇ ਕੀਤਾ ਉਹ ਕਰਕੇ ਦਬਾ ਲੈਣਗੇ ਜਾਂ ਇਹਨੂੰ ਡਰੇਲ ਕਰ ਦੇਣਗੇ, ਨਹੀਂ। ਤੇ ਜੇ ਆਪਾਂ ਕਹੀਏ ਵੀ ਪੁਰਾਣੇ ਕਿਸੇ ਪਿੱਟੇ ਫਾਰਮੂਲੇ ਵੀ ਲੀਡਰਸ਼ਿਪ ਨੂੰ ਵਿੱਚੋਂ ਕੋਈ ਨਾ ਕੋਈ ਲਾਲਚ ਦੇ ਬਸ ਉਹ ਹੋ ਜਾਣਗੇ, ਉਹ ਵੀ ਨਹੀਂ, ਕਿਉਂਕਿ ਇਹ ਹੁਣ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕਾਂ ਦੇ ਕੋਲ ਇੰਨੀ ਪਾਵਰ ਆ ਗਈ ਹੈ ਨਾ, ਲੋਕ ਪਾਵਰ ਦੇ ਅੱਗੇ ਜੇ ਕੋਈ ਰਿਚਾ ਪਾਊਗਾ ਵੀ ਜਾਂ ਇਹਨੂੰ ਵੀ ਹਾਈਜੈਕ ਕਰੂਗਾ ਵੀ ਕੰਪਰੋਮਾਈਜ਼ ਕਰੂਗਾ ਵੀ, ਤੇ ਲੋਕਾਂ ਨੇ ਉਸ ਲੀਡਰ ਨੂੰ ਜਾਂ ਉਹਦੇ ਕੁਣਬੇ ਨੂੰ ਰਹਿੰਦੀਆਂ ਪੁਸ਼ਤਾਂ ਤੱਕ ਮਾਫ ਨਹੀਂ ਕਰਨਾ। ਕਿਉਂਕਿ ਜਿਸ ਪੱਧਰ ਤੱਕ ਜਵਾਰ ਭਾਟਾ ਜਿਹੜਾ ਆ ਚੁੱਕਾ ਆ, ਹੁਣ ਇਹ ਏਦਾਂ ਕੀਤਿਆਂ ਨਹੀਂ ਮੁੱਕਣਾ। ਰਾਈਟ। ਅੱਛਾ, ਇਹਦੇ ਤੇ ਇੱਕ ਚੀਜ਼ ਹੋਰ ਆਪਾਂ ਜੇ ਗੱਲ ਕਰਨੀ ਹੋਵੇ, ਜਿਹੜਾ ਤੁਸੀਂ ਟੱਚ ਵੀ ਕੀਤਾ ਔਰ ਆਪਾਂ ਅੱਜ ਦੀ ਡਿਸਕਸ਼ਨ ਦੇ ਵਿੱਚ ਮੇਨ ਪੁਆਇੰਟ ਵੀ ਉਹੀ ਸੋਚ ਰਿਹਾ ਸੀ ਬਣਾਵਾਂਗੇ, ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਬਿਲਡ ਹੋਇਆ ਇਸ ਵੇਲੇ, ਚਾਹੇ ਉਹ ਜਸਟਿਨ ਟਰੂਡੋ ਹੋਰਾਂ ਦੀ ਸਟੇਟਮੈਂਟ ਹੈ, ਚਾਹੇ ਉਹ UK ਤੋਂ ਜਿਹੜੇ ਅਫੀਸ਼ੀਅਲਸ ਨੇ, ਜਾਂ ਫਿਰ ਆਪਣੇ ਆਪੋਜੀਸ਼ਨ ਦੀ ਇੱਥੇ ਆਪਣੇ ਜਗਮੀਤ ਸਿੰਘ ਹੋਰਾਂ ਦੀ ਗੱਲ ਕਰ ਲਈਏ ਜਾਂ ਐਰਨ ਓਟੂਲ ਹੋਰਾਂ ਦੀ ਗੱਲ ਕਰ ਲਈਏ, ਉਹਨਾਂ ਨੇ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੱਤੀਆਂ ਲੋਕਲ ਲੈਵਲ 'ਤੇ, ਮਿਊਨਸੀਪਲ ਲੈਵਲ ਦੇ ਉੱਪਰ MPs ਨੇ, MPPs ਨੇ, ਜਾਂ ਫਿਰ ਸਾਡੇ ਮਿਊਨਸੀਪਲ ਨੁਮਾਇੰਦਿਆਂ ਨੇ, ਇਹ ਜਿਹੜਾ ਲਹਿਰ ਵਾਂਗੂ ਇੱਥੇ ਵੀ ਪ੍ਰਭਾਵ ਦਿਖਾਉਣਾ ਆਪਣਾ। ਪਹਿਲਾਂ ਤਾਂ ਉਸ ਗੱਲ ਨੂੰ ਦੱਸੋ ਕਿ ਕੀ ਉਹ ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਸਰ, ਉਹ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਉਹਨਾਂ ਨੂੰ, ਕਿ ਜਾਂ ਜਦੋਂ ਲੋਕ ਕਹਿ ਦਿੰਦੇ ਕਿ ਭਾਈ ਤੁਸੀਂ ਆਪਣੀ ਕੰਟਰੀ 'ਚ ਆਪਣੀ ਪਾਲਿਸੀਜ਼ ਆਪਣੀ ਜਿਹੜੀ ਸਰਕਾਰ ਆ ਉਹਦੇ ਤੱਕ ਸੀਮਿਤ ਰਹੋ, ਸਾਡੇ ਵਿੱਚ ਇੰਟਰਫੇਅਰ ਨਾ ਕਰੋ, ਇਸ ਗੱਲ ਨੂੰ ਕਿਵੇਂ ਐਡਰੈਸ ਕਰੋਗੇ ਬਲ ਸਾਹਿਬ? ਦੇਖੋ, ਬਿਲਕੁਲ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ। ਜਿੱਥੇ ਵੀ ਕੋਈ ਇਲੈਕਟਡ ਜਾਂ ਨਾਨ ਇਲੈਕਟਡ ਤੁਹਾਡੇ ਮੇਰੇ ਵਰਗੇ ਜਾਂ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਵੀ ਇਸ ਵਿੱਚ ਰਿਐਕਸ਼ਨ ਕੀਤਾ ਜਾਂ ਇਹਦਾ ਨੋਟਿਸ ਲੈ ਰਹੇ ਆ ਜਾਂ ਕੋਈ ਵੀ ਬਿਆਨ ਜਾਂ ਕੋਈ ਲਿਖਤ ਆ ਰਹੀ ਹੈ, ਉਹ ਬਿਲਕੁਲ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਈਵਨ ਇੰਡੀਆ ਦੇ ਵਿੱਚ ਵੀ ਇੱਕ ਬੜੀ ਵੱਡੀ ਸੈਗਮੈਂਟ ਹੈ ਜਿਹੜੀ ਪਾਪੂਲੇਸ਼ਨ, ਜਿਹੜੇ ਪ੍ਰੋਗਰੈਸਿਵ ਲੋਕਾਂ ਨੂੰ ਕਹਿ ਰਹੇ ਨੇ ਵੀ ਇਹ ਤਾਂ ਇਸ ਤਰੀਕੇ ਦੀ ਸੋਚ ਆ, ਜਿਹੜੇ ਕਹਿੰਦੇ ਵੀ ਕਿਉਂ ਬਾਹਰਲੇ ਮੁਲਕ ਦਖਲਅੰਦਾਜ਼ੀ ਕਰਦੇ ਹਨ, ਟਰੂਡੋ ਜਾਂ ਹੋਰ ਜਿਹੜੇ ਇਲੈਕਟਡ ਰੈਪ, ਉਹ ਕਹਿੰਦੇ ਇਹ ਤਾਂ ਇਸ ਤਰ੍ਹਾਂ ਦਾ ਵੀ ਤੁਹਾਡੇ ਗੁਆਂਢ ਦੇ ਵਿੱਚ ਕਿਸੇ ਔਰਤ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਉਹ ਕਹਿਣ ਵੀ ਤੂੰ ਨਹੀਂ ਬੋਲ ਸਕਦਾ, ਤੁਹਾਡੇ ਸਾਹਮਣੇ ਕਿਸੇ ਬੱਚੇ ਨੂੰ ਜਾਂ ਬੀਬੀ ਨੂੰ ਉਹਦਾ ਰੇਪ ਹੋਵੇ ਤਾਂ ਕੋਈ ਨਹੀਂ, ਇਹ ਸਾਡਾ ਅੰਦਰੂਨੀ ਮਾਮਲਾ ਕਰਦਾ। ਇਹ ਤਾਂ ਇਹੋ ਜਿਹੀ, ਇਹ ਤਾਂ ਹਿੰਦੁਸਤਾਨ ਦੇ ਵਿੱਚ ਵੀ ਬੜੇ ਤਗੜੇ ਇਸ ਗੱਲ ਦੇ ਉੱਤੇ ਜਿਹੜੇ ਗਾਂਹ ਬਹੁਤ ਚੰਗੀ ਸੋਚ ਵਾਲੇ ਕਹਿ ਰਹੇ ਹਨ। ਅੱਛਾ, ਹੁਣ ਜੇ ਆਪਾਂ ਇਸੇ ਗੱਲ ਨੂੰ ਲੈ ਆਈਏ, ਜੇ ਹਿੰਦੁਸਤਾਨ, ਜੇ ਮੋਦੀ ਆ ਕੇ ਅਮਰੀਕਾ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਇੱਕ ਦੂਸਰੇ ਮੁਲਕ ਦੇ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਸਕਦਾ, ਉਹ ਵਾਜਬ ਆ। ਜੇ ਇਹ CAA ਕਾਨੂੰਨ ਬਣਾ ਦੇਣ ਵੀ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਦੇ ਵਿੱਚ ਜੇ ਕਿਸੇ ਹਿੰਦੂ ਨੂੰ ਕੋਈ ਤੰਗ ਕੀਤਾ ਜਾਂਦਾ ਤਾਂ ਇੱਥੇ ਆ ਸਕਦਾ, ਉਹ ਠੀਕ ਹੈ। ਤੇ ਜੇ ਮੈਂ ਇਹਨੂੰ ਹੋਰ ਪਿੱਛੇ ਲੈ ਜਾਵਾਂ, ਜਿੱਥੇ ਮੈਂ ਹਮੇਸ਼ਾ ਅਕਸਰ ਕਹਿੰਦਾ ਵੀ ਮੇਰਾ ਜਿਹੜਾ ਐਕਟਿਵਿਜ਼ਮ ਹੈ ਉਹ ਸ਼ੁਰੂ ਹੋਇਆ ਸੀ ਅਪਾਰਟਾਈਡ ਦੇ ਵਿਰੁੱਧ, ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ। ਸਭ ਤੋਂ ਪਹਿਲੀ ਮੂਵਮੈਂਟ ਜਿਹਦੇ ਵਿੱਚ ਮੈਂ ਪਾਰਟੀਸਪੇਟ ਕੀਤਾ, ਇਹ ਉਹੀ ਅਪਾਰਟਾਈਡ ਆ ਜਦੋਂ 1961 ਦੇ ਵਿੱਚ ਕਾਮਨਵੈਲਥ ਕਾਨਫਰੰਸ ਇੰਗਲੈਂਡ ਦੇ ਵਿੱਚ ਹੋਈ ਤੇ ਸਾਊਥ ਅਫਰੀਕਾ ਨੇ ਉਦੋਂ ਨਵਾਂ ਸੰਵਿਧਾਨ ਲਿਆਂਦਾ ਸੀ, ਜਿਹਦੇ 'ਚ ਉਹਨਾਂ ਨੇ ਕਾਲੇ ਮੂਲ ਦੇ ਲੋਕਾਂ ਦੇ ਹੱਕਾਂ ਨੂੰ ਬਿਲਕੁਲ ਤਹਿਸ-ਨਹਿਸ ਕਰ ਦਿੱਤਾ ਸੀ। ਵਾਈਟ ਮੈਜੋਰਟੀ ਰੂਲ, ਅਪਾਰਟਾਈਡ ਦੀਆਂ ਪਾਲਿਸੀਜ਼ ਲਾਗੂ ਕੀਤੀਆਂ। ਤੇ ਉੱਥੇ ਹਿੰਦੁਸਤਾਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ
ਇਹ ਮੂਵਮੈਂਟ ਨੂੰ ਲੀਡ ਕੀਤਾ ਵੀ ਸਾਊਥ ਅਫਰੀਕਾ ਨੂੰ ਕਾਮਨਵੈਲਥ ਦੇ ਵਿੱਚੋਂ ਕੱਢਿਆ ਜਾਵੇ ਜੀ। ਕੈਨੇਡਾ ਵੀ ਉਦੋਂ ਇੰਡੀਆ ਦੇ ਨੇ ਇਸ ਗੱਲ ਦੇ ਹੱਕ ਸੀਗਾ, UK, ਯੂਨਾਈਟਿਡ ਕਿੰਗਡਮ ਜਾਂ ਬ੍ਰਿਟਨ ਕਹਿ ਲਓ, ਰੋਡੇਸ਼ੀਆ ਕਹਿ ਲਓ, ਜਿਹੜਾ ਜ਼ਿੰਬਾਬਵੇ ਬਾਅਦ ਚ ਬਣਿਆ, ਉਹ ਕੁਝ ਚੰਦ ਮੁਲਕ ਸੀਗੇ ਵੀ ਜਿਹੜੇ ਕਹਿੰਦੇ ਸਨ ਵੀ ਨਹੀਂ ਇਹਨੂੰ ਆਪਾਂ ਕਾਮਨਵੈਲਥ ਚ ਰੱਖੀਏ। ਠੀਕ ਹੈ। ਸੋ ਜੇ ਤੁਸੀਂ ਸਾਊਥ ਅਫਰੀਕਾ ਚ ਅਪਾਰਟਹਾਈਡ ਤੇ ਲੈ ਸਕਦੇ ਹੋ, ਜੇ ਮੇਰੇ ਤੁਹਾਡੇ ਵਰਗਾ ਜਾਂ ਬੌਬੀ ਵਰਗਾ ਹੋਰ ਇਹੋ ਜਿਹੇ ਕਿਸੇ ਅਪਰੈਸਿਵ ਰਜੀਮ ਤੇ ਪਾਲਿਸੀਜ਼ ਦੇ ਅਗੇਂਸਟ ਖੜ ਸਕਦਾ ਤੇ ਉਹ ਠੀਕ ਆ। ਤੇ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਕੋਈ ਧੱਕਾ ਹੋ ਰਿਹਾ ਉਹ ਤੇ ਆਵਾਜ਼ ਉਠਾਈਏ ਤੇ ਕਹਿੰਦੇ ਨਹੀਂ ਜੀ ਇਹ ਸਾਡੇ ਮਾਮਲੇ 'ਚ ਦਖਲਅੰਦਾਜ਼ੀ ਆ। ਅੱਛਾ, ਦੂਜੀ ਮੈਂ ਇਹ ਵੀ ਕਹਿ ਦੇਵਾਂ ਹੁਣ ਨਾ ਹਰਜਿੰਦਰ ਜੀ, ਜਿਹੜੀ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਤੇ ਮੈਂ ਕਹਿੰਦਾ ਵੀ ਸਾਨੂੰ ਇਹਦੇ ਜਿਹੜੇ ਫਰੂਟ ਆ ਉਹ ਨਜ਼ਰ ਆਉਣ ਲੱਗ ਪਏ ਹਨ, ਦਿਸਣ ਲੱਗ ਪਏ ਹਨ। ਸਾਡੀ ਇੱਕ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਨਵੀਂ ਜਨਰੇਸ਼ਨ ਉਹ ਹੁਣ ਨੈਰੇਟਿਵ ਨੂੰ ਆਪ ਡਿਫਾਈਨ ਕਰਦੀ ਆ, ਲੀਡ ਕਰਦੀ ਆ। ਅੱਗੇ ਹੁੰਦਾ ਸੀ ਵੀ ਮੀਡੀਆ ਦੇ ਵਿੱਚ ਕੋਈ ਟੈਰੀ ਵਰਗੇ ਟੇਢੀ ਸੋਚ ਵਾਲੇ ਉਹ ਨੈਰੇਟਿਵ ਸੈੱਟ ਕਰਦੇ ਸਨ, ਉਹ ਸਾਨੂੰ ਡਿਫਾਈਨ ਕਰਦੇ ਸਨ, ਸਾਡੀ ਕਮਿਊਨਿਟੀ ਨੂੰ, ਸਾਡੀ ਕਮਿਊਨਿਟੀ ਦੇ ਮੁੱਦਿਆਂ ਨੂੰ। ਹੁਣ ਸਾਡੇ ਬੱਚਿਆਂ ਦੇ ਕੋਲ ਇੰਨੀ ਸੂਝ-ਬੂਝ ਜਾਂ ਮੁੱਦਿਆਂ ਦੇ ਨਾਲ ਜਾਂ ਆਪਣੀ ਜੜ੍ਹ ਦੇ ਨਾਲ ਉਹ ਇੰਨੇ ਜੁੜੇ ਹੋਏ ਹਨ ਕਿ ਜਦੋਂ ਉਹ ਦੇਖਦੇ ਨੇ ਵੀ ਉੱਥੇ ਆਹ ਕੁਛ ਹੋਇਆ ਤੇ ਉਹਨਾਂ ਨੇ ਜੋ ਲਿਆਂਦਾ ਉਹ ਨਤੀਜਾ ਤੁਹਾਡੇ ਸਾਹਮਣੇ ਹੈ। ਵੱਖੋ ਵੱਖਰੇ ਨੈਸ਼ਨਲ ਮੀਡੀਆ, ਨੈਸ਼ਨਲ ਪਲੇਟਫਾਰਮ ਜਾਂ ਵੈਬ ਪੋਰਟਲ ਦੇ ਜ਼ਰੀਏ ਇਹ ਗੱਲ ਜਿਹੜੀ ਆ ਗਈ ਉਹ ਮੁੜ ਕੇ CTV ਗਲੋਬਲ, CP24 ਜਾਂ BBC, ਨਿਊਯਾਰਕ ਟਾਈਮਸ ਸਭ ਇੰਟਰਨੈਸ਼ਨਲ ਗੱਲ ਬਣ ਚੁੱਕੀ ਆ। ਹਿੰਦੁਸਤਾਨ ਕਦੇ ਵੀ ਨਹੀਂ ਚਾਹੇਗਾ ਵੀ ਕਿ ਇਹ ਮੂਵਮੈਂਟ ਜਾਂ ਇਹ ਜਿਹੜਾ ਰੋਸ ਜਾਂ ਪ੍ਰਦਰਸ਼ਨ ਜ਼ਿਆਦਾ ਚਿਰ ਜਾਰੀ ਰਹੇ, ਕਿਉਂਕਿ ਜਿੰਨਾ ਚਿਰ ਜ਼ਿਆਦਾ ਲੰਬਾ ਚੱਲੇਗਾ ਇਹ ਜਾਂ ਕੋਈ ਇਹਨਾਂ ਨੇ ਕੋਈ ਸਖਤੀ ਵਰਤੀ ਜਾਂ ਹਿੰਸਾ ਦੇ ਨਾਲ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹਿੰਦੁਸਤਾਨ ਦੇ ਇਕਨੋਮਿਕ ਇੰਟਰਸਟ ਦੇ ਵਿਰੁੱਧ ਜਾਵੇਗਾ। ਕਿਉਂਕਿ ਕੋਈ ਵੀ ਮਲਟੀਨੈਸ਼ਨਲ ਜਾਂ ਦੂਜੇ ਮੁਲਕ ਜਿਹੜੇ ਉੱਥੇ ਪੈਸਾ ਇਨਵੈਸਟ ਕਰਨਾ ਨਹੀਂ ਪਸੰਦ ਕਰਨਗੇ ਜਿੱਥੇ ਇਸ ਲੈਵਲ ਦਾ ਅਨਰੈਸਟ ਹੋਵੇ। ਠੀਕ ਹੈ। ਅੱਛਾ ਬਾਬੂ ਜੀ, ਇੱਕ ਗੱਲ ਨੂੰ ਹੋਰ ਅੱਗੇ ਤੋਰੀਏ ਆਪਾਂ, ਜਿੱਥੇ ਖਾਲਿਸਤਾਨ ਪੱਖੀ ਹੋਣ ਦਾ ਜਾਂ ਫਿਰ ਇੱਧਰੋਂ ਬੈਕਅਪ ਹੋਣ ਦਾ ਜਿਹੜਾ ਇੱਕ ਇਲਜ਼ਾਮ ਕਹਿ ਲਈਏ ਜਾਂ ਫਿਰ ਇੱਕ ਲੌਜਿਕ ਦਿੱਤਾ ਜਾ ਰਿਹਾ, ਔਰ ਖਾਸ ਤੌਰ ਦੇ ਉੱਤੇ ਅਸੀਂ ਕਈ ਵਾਰੀ ਕੁਛ ਇਹੋ ਜਿਹੀਆਂ ਵੀਡੀਓਜ਼ ਜਾਂ ਫਿਰ ਜਿਹੜੇ ਸਾਡੇ ਇੱਥੋਂ ਦੇ ਭਾਈਚਾਰੇ ਦੇ ਵੀ ਲੋਕਾਂ ਦੀਆਂ, ਅਮਰੀਕਾ ਦੀਆਂ ਜਾਂ ਹੋਰ ਅਲੱਗ-ਅਲੱਗ UK ਤੋਂ ਵੀ ਜਿਹੜੇ ਖਾਲਿਸਤਾਨ ਪੱਖੀ ਸਟੇਟਮੈਂਟਸ ਦਿੰਦੇ ਰਹਿੰਦੇ ਨੇ, ਉਹ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਇਸ ਵੇਲੇ। ਉਹਦੇ ਬਾਰੇ 'ਚ ਕੀ ਸੋਚਦੇ ਹੋ ਕਿ ਕੀ ਕੋਈ ਇਸ ਤਰ੍ਹਾਂ ਦੀ ਵਾਕਈ ਅਸਰ ਹੈ ਇਸ ਗੱਲ ਦਾ ਉੱਧਰ, ਕਿ ਜਾਂ ਉਹ ਡਿਸਾਈਡਡ ਹੈ ਨੇ ਜਿਹੜੇ ਲੋਕੀ ਉੱਥੇ ਜਿਹੜੇ ਕਿਸਾਨ ਨੇ ਕਿ ਉਹਨਾਂ ਨੂੰ ਪਤਾ ਕਿ ਅਸੀਂ ਜੋ ਮਰਜ਼ੀ ਬਾਹਰਲੇ ਬੰਦੇ ਕਹੀ ਜਾਣ, ਅਸੀਂ ਜੋ ਕਰਨਾ ਹੈ ਅਸੀਂ ਉਹੀ ਕਰਨਾ ਹੈ, ਅਸੀਂ ਕੋਈ ਇੱਦਾਂ ਡੀਰੇਲ ਨਹੀਂ ਹੋਣ ਦੇਣਾ ਜਾਂ ਹਾਈਜੈਕ ਨਹੀਂ ਹੋਣ ਦੇਣਾ ਆਪਣਾ ਏਜੰਡਾ? ਦੇਖੋ ਹਰਜਿੰਦਰ, ਮੇਰਾ ਮੰਨਣਾ ਆ ਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਕੁਛ ਇੱਕ ਸ਼ਰਾਰਤੀ ਅੰਸਰਾਂ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀਗੀ ਕਿ ਅਸੀਂ ਭੜਕੀਲੇ ਬਿਆਨ ਦਈਏ ਜਾਂ ਇਹੋ ਜਿਹੀ ਗੱਲ ਕਰੀਏ ਤਾਂ ਕਿ ਜਿਹੜਾ ਇਹ ਮੋਰਚਾ ਲੱਗਾ ਹੋਇਆ ਆ, ਇਹ ਜੋ ਐਜੀਟੇਸ਼ਨ ਆ, ਇਹਦੀ ਦਿਸ਼ਾ ਬਦਲ ਜਾਵੇ। ਤੇ ਮੈਂ ਮੰਨਦਾ ਕਿ ਉਹਨਾਂ ਦੀ ਕੋਸ਼ਿਸ਼ ਤੇ ਉੱਧਰੋਂ ਭਾਰਤੀ ਮੀਡੀਆ ਜਿਹੜਾ ਕਿ ਇਹੋ ਜਿਹੀ ਜਿਹੜੀ ਕੋਈ ਐਕਟੀਵਿਟੀ ਸੀ ਉਹਨੂੰ ਲੋਕਾਂ ਤੱਕ ਦਿਖਾਉਣਾ ਚਾਹੁੰਦਾ ਸੀ ਕਿ ਜਿਹੜਾ ਐਜੀਟੇਸ਼ਨ ਆ ਇਹ ਕੁਛ ਇੱਕ ਜਿਹੜੇ ਭਾਰਤ ਨੂੰ ਵੰਡਣਾ ਚਾਹੁੰਦੇ ਨੇ ਉਹੋ ਜਿਹੇ ਲੋਕ ਨੇ। ਜਿਵੇਂ ਉਹਨਾਂ ਨੇ ਸ਼ਹੀਨ ਬਾਗ ਵਿੱਚ ਨਰੇਟਿਵ ਦਿੱਤਾ ਸੀ, ਉਹੋ ਜਿਹਾ ਨਰੇਟਿਵ ਕ੍ਰੀਏਟ ਕਰਨਾ ਚਾਹੁੰਦੇ ਸੀ ਉਹ ਉੱਥੇ। ਪਰ ਸਦਕੇ ਜਾਈਏ ਕਿਸਾਨ ਜਥੇਬੰਦੀਆਂ ਦਾ, ਸਦਕੇ ਜਾਈਏ ਪੰਜਾਬ ਦੇ ਆਮ ਕਿਸਾਨ ਦਾ, ਆਮ ਨਾਗਰਿਕ ਦਾ, ਜਿਹੜਾ ਇਸ ਝਾਂਸੇ ਵਿੱਚ ਨਹੀਂ ਆਇਆ। ਦੇਖੋ ਸ਼ੁਰੂਆਤ ਦੇ ਵਿੱਚ ਇਹ ਮੋਰਚਾ ਪੰਜਾਬ ਵਾਲਿਆਂ ਨੇ ਸ਼ੁਰੂ ਕੀਤਾ ਸੀ, ਐਜੀਟੇਸ਼ਨ ਪੰਜਾਬ ਵਾਲਿਆਂ ਨੇ ਸ਼ੁਰੂ ਕੀਤਾ ਸੀਗਾ। ਤੇ ਪੰਜਾਬ ਜਿਹੜੀ ਕਿਸਾਨੀ ਉਹ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ ਤੇ ਉਹਦੇ ਕਰਕੇ ਜਿਹੜੀ ਕੋਸ਼ਿਸ਼ ਇਨੀਸ਼ੀਅਲ ਦਿਨਾਂ ਵਿੱਚ ਸੀ ਉਹਨੂੰ ਧਾਰਮਿਕ ਰੰਗਤ ਦਿੱਤੀ ਜਾਵੇ, ਉਹ ਸਫਲ ਨਹੀਂ ਹੋ ਸਕੇ। ਉਹਦਾ ਨਤੀਜਾ ਇਹ ਨਿਕਲਿਆ ਆ ਹੁਣ ਹਰਿਆਣੇ ਦੀ 140 ਖਾਪਾਂ, ਰਾਜਸਥਾਨ, ਉੱਤਰ ਪ੍ਰਦੇਸ਼, ਸਾਰੇ ਜਗ੍ਹਾ ਤੋਂ ਕਿਸਾਨ ਉੱਠ ਗਏ ਆ। ਹਰਜਿੰਦਰ ਜੀ, ਇਹ ਮੈਂ ਮੰਨਦਾ ਐਜੀਟੇਸ਼ਨ, ਬਾਕੀ ਸਾਰੇ ਐਜੀਟੇਸ਼ਨ ਜਿੰਨੇ ਇੱਥੇ ਭਾਰਤ 'ਚ ਹੋਏ ਮੋਦੀ ਸਰਕਾਰ ਦੇ ਦੌਰਾਨ, ਉਹਨਾਂ ਕੋਲ ਵੱਖਰਾ ਇਸ ਲਈ ਆ ਕਿ ਪਹਿਲਾਂ ਜਿੰਨੇ ਵੀ ਹੋਏ ਆ, CAA ਆਇਆ, ਮੈਨੂੰ ਯਾਦ ਹੈ ਜਿਹੜੀ ਓਪੋਜੀਸ਼ਨ ਪਾਰਟੀਜ਼ ਵੀ ਸੀਗੀਆਂ ਉਹਨਾਂ ਦੇ ਵਿੱਚ ਵੀ ਡਿਵੀਜ਼ਨ ਸੀਗੀ, ਅੱਧੇ ਕਹਿੰਦੇ ਸੀ ਗਲਤ, ਅੱਧੇ ਕਹਿੰਦੇ ਸੀ ਸਹੀ ਆ। ਸ਼ਹੀਨ ਬਾਗ ਵੇਲੇ ਵੀ ਈਵਨ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਸੀ ਉਹ ਕਈ ਵਾਰ ਚੁੱਪ ਕਰ ਜਾਂਦੇ ਸੀ, ਕਈ ਵਾਰੀ ਬੋਲ ਪੈਂਦੇ ਸੀ, ਜਾਂ ਹੋਰ ਪਾਰਟੀਆਂ ਵਾਲੇ ਵੀ ਇਹੀ ਕੰਮ ਕਰਦੇ ਸੀਗੇ। ਪਰ ਇਸ ਵੇਲੇ ਜਿਹੜਾ ਇਹ ਅੰਦੋਲਨ ਚੱਲ ਰਿਹਾ ਆ, ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਸੋਚਿਆ ਨਹੀਂ ਸੀ ਜਾ ਸਕਦਾ ਕਿ ਨਰਿੰਦਰ ਮੋਦੀ ਵਰਗਾ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਜਿਹਨੇ ਇੱਕ ਰੈਕਟ ਬਣਾਤਾ ਸੀ, ਮੈਂ ਇਲੈਕਸ਼ਨਾਂ ਹਾਰਦਾ ਨਹੀਂ ਹੈਗਾ, ਹੋਇਆ ਕਿ ਸਭ ਤੋਂ ਪਹਿਲਾਂ ਤਾਂ ਉਹਦੀ ਸਭ ਤੋਂ ਵੱਡੀ ਪੁਰਾਣੀ ਜਿਹੜਾ ਅਲਾਈ ਹੈਗੇ ਸ਼੍ਰੋਮਣੀ ਅਕਾਲੀ ਦਲ, ਉਹ ਟੁੱਟੇ, ਕਾਰਨ ਕੋਈ ਵੀ ਹੋਣ ਪਰ ਟੁੱਟੇ। ਫਿਰ ਗਾਂ ਹੁਣ ਆਪਾਂ ਦੇਖ ਰਹੇ ਐਜੀਟੇਸ਼ਨ ਜਿਵੇਂ ਵੱਧਦਾ ਜਾ ਰਿਹਾ ਆ, ਦੋ ਹੋਰ ਅਲਾਈ ਹਰਿਆਣੇ ਦੇ ਵਿੱਚ ਜਿਹੜੀ
ਪਾਰਟੀ ਹੈਗੀ ਆ ਚੌਟਾਲਿਆਂ ਦੀ, ਦੁਸ਼ਾਂਤ ਚੌਟਾਲੇ ਦੀ, ਜਿਹੜੀ ਕੰਢੇ ਤੇ ਖੜੇ ਹੋ ਵੀ। ਹਾਂਜੀ ਹਾਂਜੀ, ਉਹ ਹੁਣ ਕੰਢੇ ਤੇ ਆ। ਲੱਗ ਰਿਹਾ ਆ ਕਿ ਉਹਨਾਂ ਨੂੰ ਛੱਡਣੀ ਪੈ ਜਾਣੀ ਆ। ਜੋ ਪਤਾ ਲੱਗ ਰਿਹਾ ਕਿ ਉਹਨਾਂ ਦੇ MLA ਭੁਪਿੰਦਰ ਹੁੱਡੇ ਦੇ ਨਾਲ ਆਲਰੇਡੀ ਇਨ ਟੱਚ ਆ ਚੁੱਕੇ ਆ। ਤੇ ਅਗਰ ਉਹਨਾਂ ਨੇ ਚੌਟਾਲੇ ਉਹਨਾਂ ਨੇ ਇਹ ਨਾ ਛੱਡੀ ਤਾਂ ਉਹਨਾਂ ਦੇ MP MLA ਚਲੇ ਜਾਣਗੇ। ਸੋ ਚੌਟਾਲੇ ਉਹਨਾਂ ਨੂੰ ਬੈਟਰ ਹੀ ਰਹੇਗਾ ਕਿ ਉਹ ਜਾ ਕੇ ਦੂਜੇ ਪਾਸੇ ਜਾ ਕੇ ਆਪਣਾ ਸਮਰਥਨ ਦੇਗੀ, ਉੱਥੇ ਮੁੜ ਕੇ ਉਹਨਾਂ ਨਾਲ ਡਿਪਟੀ CM ਬਣ ਜਾਣ। ਸੋ ਹਾਲਾਤ ਤੇ ਉੱਥੇ ਬਣਦੇ ਆ ਰਹੇ ਆ। ਇਹਦੇ ਨਾਲ ਦੀ ਨਾਲ ਰਾਜਸਥਾਨ ਦੇ ਵਿੱਚ ਹਨੂਮਾਨ ਬੈਨੀਵਾਲ, ਉਹ ਵੀ ਬਹੁਤ ਵੱਡੇ ਪੁਰਾਣੇ ਅਲਾਈ ਨੇ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਰਾਜਸਥਾਨ ਦੀ ਰਾਜਨੀਤੀ ਜਿਹੜੀ ਕਾਸਟ ਬੇਸਡ ਰਾਜਨੀਤੀ ਆ, ਰਾਜਪੂਤ, ਜਾਟਸ, ਗੁੱਜਰਸ, ਮੀਨਾਜ਼, ਇਹਨਾਂ ਵਿੱਚ ਡਿਵਾਈਡਡ, ਤੇ ਉਸ 'ਚ 10 ਲੋਕ ਸਭਾ ਦੇ ਹਲਕੇ ਜਾਟ ਸਿੱਧਾ ਪ੍ਰਭਾਵ ਕਰਦੇ ਆ। ਤੇ ਹਨੂਮਾਨ ਬੈਨੀਵਾਲ ਦਾ ਉੱਥੇ ਕਾਫੀ ਵੱਡਾ ਅਧਾਰ ਆ। MP ਇਕੱਲੇ ਉਹਨਾਂ ਦੀ ਪਾਰਟੀ ਦੇ ਕੇ ਇਸ ਵੇਲੇ ਉਹਨਾਂ ਕੋਲ MLA ਵੀ ਹੈਗੇ ਆ। ਉਹਨਾਂ ਨੇ ਵੀ ਕਹਿ ਦਿੱਤਾ ਆ ਕਿ ਮੈਂ 1 ਲੱਖ ਬੰਦਾ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨ ਲਗਾ। ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਨਜ਼ਰ ਆ ਰਿਹਾ ਕਿ ਜਿਹੜੀ ਇਨੀਸ਼ੀਅਲ ਕੋਸ਼ਿਸ਼ ਸੀ ਉਹ 'ਚ ਅਸਫਲਤਾ ਰਹੀ ਆ। ਤੇ ਮੈਂ ਇੱਕ ਤੁਹਾਨੂੰ ਕੁਇਕਲੀ ਹੋਰ ਗੱਲ ਦੱਸਣੀ ਚਾਹੁੰਦਾ, ਮੈਨੂੰ ਲੱਗਦਾ ਕਿ ਇਹਦਾ ਸਮਾਧਾਨ ਛੇਤੀ ਨਿਕਲ ਜਾਣਾ ਆ। ਸਰਕਾਰ ਤੇ ਪ੍ਰੈਸ਼ਰ ਬਹੁਤ ਆ ਕਿਉਂਕਿ 26 ਜਨਵਰੀ ਆਉਣ ਵਾਲੀ ਆ। 26 ਜਨਵਰੀ ਵਿੱਚ ਉਹ ਬੋਰਿਸ ਜੌਨਸਨ ਇੰਗਲੈਂਡ ਦੇ UK ਦੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇਈ ਬੈਠੇ ਆ ਤੇ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਆ। ਮੈਨੂੰ ਨਹੀਂ ਲੱਗਦਾ ਕਿ 26 ਜਨਵਰੀ ਤੱਕ, ਹੁਣ ਕਿਉਂਕਿ ਹੈ ਤਾਂ 26 ਜਨਵਰੀ ਨੂੰ 5-6 ਹਫ਼ਤੇ ਪਏ ਆ, ਪਰ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਇੰਨਾ ਲੰਮਾ ਸੰਘਰਸ਼ ਚੱਲਣ ਦੇਣਗੇ। ਉਹ ਚਾਹੁਣਗੇ ਉਸ ਨਜਿੱਠ ਹੋ ਜਾਵੇ। ਮੈਂ ਉਮੀਦ ਕਰਦਾ ਹਾਂ ਕੱਲ ਦੀ ਮੀਟਿੰਗ ਵੀ ਕੋਈ ਨਤੀਜੇ ਲਿਆ ਸਕਦੀ ਹੈ। ਜੇ ਕੱਲ ਦੀ ਨਾ ਲਿਆ ਸਕੀ ਤਾਂ 1 ਹਫ਼ਤੇ 10 ਦਿਨਾਂ ਦੇ ਵਿੱਚ ਕੁਛ ਨਾ ਕੁਛ ਨਤੀਜੇ ਜ਼ਰੂਰ ਆਉਣ। ਪਰ ਉਹਦੇ ਲਈ ਵੀ ਬਾਬੂ ਜੀ ਇੱਕ ਅਪਡੇਟ ਆ ਰਹੀ ਸੀ, ਹੋ ਸਕਦਾ ਮੈਂ ਲੇਟੈਸਟ ਹੁਣ ਨਹੀਂ ਦੇਖ ਸਕਿਆ ਕੀ ਹੈ, ਕਿ ਉਹ ਅਪਡੇਟ ਇਹ ਸੀ ਕਿ ਕੱਲ ਦੀ ਮੀਟਿੰਗ ਲਈ ਵੀ ਅਜੇ ਕਹਿ ਲਈਏ ਕਿ ਜੱਕੋ ਤੱਕੋਂ ਹੋ ਰਹੀ ਹੈ। ਰੀਜ਼ਨ ਇਹ ਹੈ ਕਿ ਉਹਨਾਂ ਨੇ ਜਿਹੜੀ ਕੰਡੀਸ਼ਨ ਦਿੱਤੀ ਸੀ ਕਿ ਤੁਸੀਂ ਸਾਨੂੰ, ਕੰਡੀਸ਼ਨ ਇਹ ਹੈ ਕਿ ਤੁਸੀਂ ਇੱਥੋਂ ਉੱਠ ਕੇ ਤਾਂ ਜਿਹੜਾ ਜੀ ਆਪਣੀ ਉਹ ਪਾਰਕ ਕਿਹੜੀ ਜਗ੍ਹਾ ਹੈ, ਬਰਾੜੀ ਵਾਲੀ, ਕਿਹੜੀ ਬਰਾੜੀ ਵਾਲੀ, ਉੱਥੇ ਪਹੁੰਚ ਜਾਓ। ਉਹਨਾਂ ਨੂੰ ਵੀ ਸੱਦਿਆ ਆ। ਪਹਿਲਾਂ ਉਹਨਾਂ ਨੇ ਜੋ ਪਤਾ ਲੱਗਾ ਅਮਿਤ ਸ਼ਾਹ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਰਹੇ ਆ ਪਹਿਲਾਂ, ਜੀ ਕਈ ਗੱਲਾਂ ਸਮਾਚਾਰ ਆ ਰਹੇ ਆ। ਆਪਾਂ ਇਹਦੇ ਤੇ ਦੇਖਦੇ ਹਾਂ। ਹਾਂਜੀ, ਉਹਨਾਂ ਨੇ ਇਹ ਵੀ ਦੇਖੋ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਚੁਸਤੀ ਵਰਤੀ ਸੀਗੀ। ਪਹਿਲਾਂ ਕਿਸਾਨ ਜਥੇਬੰਦੀਆਂ ਸੀਗੀਆਂ ਪੰਜਾਬ ਦੀਆਂ, ਬਾਅਦ ਦੇ ਵਿੱਚ ਜਿਹੜੀਆਂ ਪੰਜਾਬ ਤੋਂ ਬਾਹਰਲੇ ਸਟੇਟ ਆ ਉਹ ਜਥੇਬੰਦੀਆਂ ਸੀਗੀਆਂ। ਪਰ ਮਜ਼ਾ ਇਸ ਗੱਲ ਦਾ ਆ ਗਿਆ ਕਿ ਜਿਹੜੇ ਬਾਹਰਲੇ ਸਟੇਟ ਬਾਕੀ ਹਰਿਆਣੇ, ਉਹ ਕਹਿੰਦੇ ਪੰਜਾਬ ਵਾਲੇ ਹੋ ਜਾਓ, ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਅਸੀਂ ਦੀ ਗੱਲ ਹੀ ਨਹੀਂ ਕਰਨੀ, ਪੰਜਾਬ ਵਾਲੇ ਲੀਡ ਕਰ ਰਹੇ ਤੇ ਉਹੀ ਸਾਨੂੰ ਲੀਡ ਕਰਨਗੇ। ਉਹ ਸਾਰੇ ਪੰਜਾਬ ਵਾਲੇ, ਮੈਨੂੰ ਤਾਂ ਲੱਗਦਾ ਜੀ ਇਕੱਲੇ ਹਰਿਆਣੇ ਦੇ ਨਹੀਂ, ਹੁਣ ਸਾਰੇ ਭਾਰਤ ਦੇ ਵੱਡੇ ਭਰਾ ਬਣਨ ਨੂੰ ਫਿਰਦੇ ਆ। For all our latest updates, please subscribe G Media Group YouTube channel and press the bell icon.